ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ। ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਗੋਬਿੰਦ। ਹਰੀ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ। ਇਸਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਸ੍ਰੀ ਗੁਰ ਸ਼ਬਦ ਕਮਾਏ ਜਨ ਜੀਤੇ ਪੰਚ ਵਿਕਾਰ। ਤੈਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ। ਏਕ ਓੰਕਾਰਾ ਸਤਿਗੁਰੂ ਤੇਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਗਰੀਬ ਨਵਾਜ ਚਵਰ ਤਖਤ ਦੇ ਮਾਲਕ ਜੁਗੋ ਜੁਗ ਅਟਲ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰੂ ਜੀ ਦੀ ਕਿਰਪਾ ਰਹਿਮਤ ਹੋਈ ਹੈ। ਸ਼ਾਮ ਦੇ ਸਮੇਂ ਸਤਸੰਗ ਘੜੀਆਂ ਪ੍ਰਾਪਤ ਹਨ। ਆਓ ਜੋ ਲੜੀਵਾਰ ਇਤਿਹਾਸ ਦੀ ਕਥਾ ਚੱਲ ਰਹੀ ਹੈ, ਬਹੁਤ ਹੀ ਸਤਿਕਾਰਯੋਗ ਮਹਾਨ ਵਿਦਵਾਨ ਸ੍ਰੀਮਾਨ ਕਵੀ ਸੰਤ ਰੇਣ ਪ੍ਰੇਮ ਸਿੰਘ ਜੀ, ਉਹਨਾਂ ਦੁਆਰਾ ਰਚਿਤ ਜੋ ਇਤਿਹਾਸਿਕ ਗ੍ਰੰਥ ਸ੍ਰੀ ਗੁਰਪੁਰਬ ਪ੍ਰਕਾਸ਼ ਗ੍ਰੰਥ ਦਸਾਂ ਪਾਤਸ਼ਾਹੀਆਂ ਦਾ ਸੋਹਣਾ ਸੁੰਦਰ ਇਤਿਹਾਸਿਕ ਗ੍ਰੰਥ ਹੈ। ਪਹਿਲੇ ਪਾਤਸ਼ਾਹ ਮਹਾਰਾਜ ਜੀ ਦੇ ਜੀਵਨ ਪ੍ਰਸੰਗ ਦੀ ਕਥਾ ਲੜੀ ਤਹਿਤ ਕੱਲ ਆਪਾਂ 45ਵੇਂ ਘਰ ਤੱਕ ਪ੍ਰਸੰਗ ਜਿਹੜੇ ਹੈ ਉਹ ਸਰਵਣ ਕੀਤੇ ਕਿ ਕਿਸ ਤਰ੍ਹਾਂ ਗੁਰੂ ਪਾਤਸ਼ਾਹ ਮਹਾਰਾਜ ਜੀ 9 ਖੰਡਾਂ ਤੇ ਵਿਚਰ ਰਹੇ ਹੈ। ਭਾਈ ਮਰਦਾਨੇ ਨੂੰ ਭਾਈ ਬਾਲਾ ਸੰਧੂ ਜੀ, ਜਿਨ੍ਹਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜਗ੍ਹਾ ਜਗ੍ਹਾ ਦਰਸ਼ਨ ਦੇ ਕਰਕੇ ਸੰਗਤਾਂ ਨੂੰ ਨਿਹਾਲ ਕਰਦੇ ਨੇ ਤੇ ਇਹਨਾਂ ਨੂੰ ਸਾਰੇ 9 ਖੰਡਾਂ ਦੀ ਸੈਰ ਕਰਵਾ ਰਹੇ ਹਨ। ਭਾਈ ਮਰਦਾਨਾ ਜਿੱਥੇ ਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਘਰ-ਦਰ ਦਾ ਡੂਮ, ਜਿਹਦੇ ਤੇ ਕਿੰਨੀਆਂ ਬਖਸ਼ਿਸ਼ਾਂ ਕੀਤੀਆਂ ਕਿ ਅੱਜ ਉਸ ਮਹਾਨ ਸੰਤ ਪਦਵੀ ਨੂੰ ਪ੍ਰਾਪਤ ਹੈ। ਗੁਰੂ ਨਾਨਕ ਦੇਵ ਪਾਤਸ਼ਾਹ ਦੀ ਕਿਰਪਾ ਹੈ। ਦੂਸਰਾ ਭਾਈ ਬਾਲਾ ਜੱਟ ਪਰਿਵਾਰ ਵਿੱਚ ਪੈਦਾ ਹੋਇਆ ਸੰਧੂ। ਇਹ ਗੋਤ ਸੀ, ਜੱਟ ਜ਼ਿਮੀਂਦਾਰਾਂ ਦਾ ਗੋਤ ਹੈ ਸੰਧੂ, ਇਸ ਕਰਕੇ ਇਹਨੂੰ ਬਾਲਾ ਸੰਧੂ ਕਿਹਾ। ਗੁਰੂ ਪਾਤਸ਼ਾਹ ਜੀ ਦੀ ਦੇਖੋ ਕਿਰਪਾ ਹੋਈ, ਖੇਤੀਬਾੜੀ ਕਰਨ ਵਾਲਾ ਪਰਿਵਾਰ ਗੁਰੂ ਨਾਨਕ ਪਾਤਸ਼ਾਹ ਦੇ ਲੜ ਲੱਗਿਆ। ਬੜੀ ਕਿਰਪਾ ਹੋਈ ਤੇ ਤਰ ਗਏ। ਭਾਈ ਬਾਲਾ ਜੀ ਨੂੰ ਬ੍ਰਹਮ ਗਿਆਨਤਾ ਬਖਸ਼ਿਸ਼ ਕੀਤੀ। ਇਹ ਦੋਵੇਂ ਗੁਰਮੁਖ ਪਿਆਰੇ ਸਤਿਗੁਰਾਂ ਦੇ ਨਾਲ ਹੈ ਤੇ ਗੁਰੂ ਪਾਤਸ਼ਾਹ ਮਹਾਰਾਜ ਉਪਦੇਸ਼ ਦਿੰਦੇ ਹਨ ਜੋ ਆਤਮਾ ਔਰ ਪਰਮਾਤਮਾ, ਆਤਮਾ ਵਾਹਿਗੁਰੂ ਪਰਮੇਸ਼ਰ ਦੀ ਅੰਸ਼
ਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਇਸ ਤਰ੍ਹਾਂ ਹੋਰ ਵੱਖ-ਵੱਖ ਜਗ੍ਹਾ ਖੰਡਾਂ ਵਿੱਚ ਵਿਚਰਦੇ ਐ। ਆਓ ਪ੍ਰੇਮ ਸਤਿਕਾਰ ਨਾਲ ਅੱਗੇ ਕਥਾ ਸਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਕੇਤਕ ਦਿਵਸ ਰਹਿ ਕਰ ਤਹਾਂ ਭਲ ਉਪਦੇਸ਼ ਦ੍ਰਿੜਾਏ। 46ਵੇਂ ਘਰ ਦਾ ਪ੍ਰਸੰਗ ਹੈ। ਕੁਝ ਕੁ ਦਿਨ ਭਾਈ ਸਤਿਗੁਰੂ ਜੀ ਇਉਂ ਰਹਿ ਕਰਕੇ ਜਿੱਥੇ ਸਤਿਗੁਰਾਂ ਨੇ ਉੱਥੋਂ ਦੇ ਲੋਕਾਂ ਨੂੰ ਉਪਦੇਸ਼ ਦਿੱਤਾ, ਜਿਹੜੇ ਭਾਈ ਬਾਲੇ ਦੀ ਬਲੀ ਦੇਣ ਲੱਗੇ ਸਨ, ਉਹਨਾਂ ਨੂੰ ਭਾਈ ਭਲੀ ਪ੍ਰਕਾਰ ਉਪਦੇਸ਼ ਦ੍ਰਿੜ ਕਰਵਾ ਕਰ ਵਿਦਾ ਹੋਏ ਗਮਨੇ ਪ੍ਰਭੂ ਆਨ ਥਾਨ ਸੁਖਦਾਈ। ਪਰਮੇਸ਼ਰ ਸਰੂਪ ਸਤਿਗੁਰੂ ਜੀ ਇੱਥੋਂ ਵਿਦਾ ਹੋ ਕੇ ਚੱਲ ਪਏ ਹੋਰਾਂ ਸਥਾਨਾਂ ਨੂੰ ਤਾਰਨ ਵਾਸਤੇ, ਸੁਖ ਦੇਣ ਵਾਸਤੇ। ਚੌਪਈ ਪਹੁੰਚੇ ਰਮਕ ਖੰਡ ਗੋਸਾਈ। ਹੁਣ ਮਾਲਕ ਜੀ ਰਮਕ ਖੰਡ ਪਹੁੰਚੇ ਹਨ। ਪੁਰ ਸਮੀਪ ਬੈਸਤ ਭੇ ਸਾਈ। ਮਾਲਕ ਜੀ ਨਗਰ ਦੇ ਕੋਲ ਬੈਠ ਗਏ। ਕੇਤਕ ਮਨਜ ਤਹਾਂ ਚੱਲ ਆਏ। ਕੁਝ ਮਨੁੱਖ ਉੱਥੇ ਚੱਲ ਕਰ ਪਹੁੰਚੇ ਹਨ। ਜਾਨ ਸੰਤ ਨਿਜ ਸੀਸ ਝੁਕਾਏ। ਉਹਨਾਂ ਜਾਣਿਆ ਕੋਈ ਸੰਤ ਪੁਰਸ਼ ਹੈ, ਆਪਣੇ ਸਿਰ ਝੁਕਾਏ ਹਨ। ਨਿਕਟ ਬਿਲੋਕ ਤਿਨੈ ਜਗਤੀਸ਼ਾ। ਕੋਲ ਉਹਨਾਂ ਨੂੰ ਦੇਖ ਕਰਕੇ ਜਗਤ ਈਸ਼ਵਰ ਦੇਤ ਭਏ ਸ੍ਰਿਸ਼ਟੰ ਉਪਦੇਸ਼ਾ। ਇਹ ਭਾਈ ਸ੍ਰਿਸ਼ਟੀ ਦਾ ਉਪਦੇਸ਼ ਦੇਣ ਲੱਗੇ ਹਨ। ਸਤ ਨਾਮ ਸਿਮਰੋ ਦਿਨ ਰਾਤੀ। ਮਹਾਰਾਜ ਕਹਿੰਦੇ ਭਾਈ ਦਿਨ ਰਾਤ ਪਰਮੇਸ਼ਰ ਦਾ ਨਾਮ ਸਿਮਰੋ। ਸੰਤ ਸੇਵ ਕਰ ਪ੍ਰੀਤ ਸੁਹਾਤੀ। ਸੰਤ ਪੁਰਸ਼ਾਂ ਦੀ ਸੇਵਾ ਪ੍ਰੀਤ ਨਾਲ ਕਰੋ ਜੋ ਸ਼ੋਭਾ ਵਾਲੀ ਹੈ। ਕੂਕਰ ਦ੍ਰਿਸ਼ਟ ਨ ਕਬ ਮਨ ਧਰਨੀ। ਕਦੇ ਵੀ ਕੁੱਤੇ ਵਾਲੀ ਦ੍ਰਿਸ਼ਟੀ ਨਹੀਂ ਮਨ ਵਿੱਚ ਧਾਰਨੀ ਹੈ। ਸ਼ੇਰ ਦ੍ਰਿਸ਼ਟ ਗੁਰਮੁਖ ਹੈ ਕਰਨੀ। ਤੇ ਜਿਹੜੇ ਗੁਰਮੁਖ ਨੇ ਉਹਨਾਂ ਦੀ ਸ਼ੇਰ ਦ੍ਰਿਸ਼ਟੀ ਹੁੰਦੀ ਹੈ। ਕੁੱਤੇ ਦ੍ਰਿਸ਼ਟੀ ਕੀ ਹੁੰਦੀ ਹੈ? ਜਿਵੇਂ ਕੋਈ ਸੋਟੀ ਮਾਰੇ, ਕੁੱਤਾ ਸੋਟੀ ਨੂੰ ਪੈਂਦਾ ਹੈ, ਮਾਰਨ ਵਾਲੇ ਨੂੰ ਨਹੀਂ। ਤੇ ਸ਼ੇਰ ਦੇ ਜੇ ਕੋਈ ਮਾਰੇ, ਉਹ ਸੋਟੀ ਵੱਲ ਨੂੰ ਨਹੀਂ ਜਾਂਦਾ, ਮਾਰਨ ਵਾਲੇ ਨੂੰ ਪੈਂਦਾ ਹੈ। ਭਾਵ ਕੀ ਹੁੰਦਾ? ਧੁਰ ਵੇਖਣਾ। ਕੁੱਤਾ ਦ੍ਰਿਸ਼ਟੀ ਹੁੰਦੀ ਹੈ ਰਸਤੇ 'ਚ, ਤੇ ਜਿਹੜਾ ਸ਼ੇਰ ਦ੍ਰਿਸ਼ਟੀ ਹੈ ਧੁਰ ਵੇਖਣ ਦੀ। ਇਸੇ ਤਰ੍ਹਾਂ ਇਹ ਸਾਰਾ ਕੁਝ ਬ੍ਰਹਮ ਦਾ ਪੈਦਾ ਕੀਤਾ ਹੋਇਆ ਹੈ। ਕੁਝ ਉਹ ਨੇ ਜਿਹੜੇ ਬ੍ਰਹਮ ਦੀ ਕਿਰਤ ਵੱਲ ਤਾਂ ਭਜਦੇ ਆ, ਬ੍ਰਹਮ ਵੱਲ ਦ੍ਰਿਸ਼ਟੀ ਨਹੀਂ ਲੈ ਕੇ ਜਾਂਦੇ। ਕੁੱਤਾ ਸੋਟੀ ਵੱਲ ਨੂੰ ਤਾਂ ਮੂੰਹ ਮਾਰਦਾ ਹੈ, ਤੇ ਪਰ ਜਿਹੜਾ ਮਾਰਨ ਵਾਲਾ ਉਧਰ ਨਹੀਂ। ਸ਼ੇਰ ਜਿਹੜਾ ਹੈ ਉਹ ਸਿੱਧਾ ਮਾਰਨ ਵਾਲੇ ਵੱਲ ਨੂੰ ਦੇਖਦਾ ਪੈਂਦਾ ਹੈ। ਇਸ ਤਰ੍ਹਾਂ ਗੁਰਮੁਖ ਜਿਹੜੀ ਦ੍ਰਿਸ਼ਟੀ ਹੈ ਕਿ ਸਭ ਕੁਝ ਵਾਹਿਗੁਰੂ ਦੇ ਹੱਥ ਹੈ। ਪ੍ਰਭ ਡੋਰੀ ਹਾਥ ਤੁਮਾਰੇ। ਪਰਮੇਸ਼ਰ ਦੇ ਹੱਥ ਡੋਰੀ ਹੈ। ਡੋਰ ਵੱਲ ਨਹੀਂ ਵੇਖਣਾ, ਜਿਹਦੇ ਹੱਥ ਵਿੱਚ ਡੋਰੀ ਹੈ ਉਸ ਨਾਲ ਜੁੜਨਾ ਹੈ। ਇਹ ਗੁਰਮੁਖ ਦ੍ਰਿਸ਼ਟੀ ਹੈ। ਮਹਾਰਾਜ ਕਹਿੰਦੇ ਗੁਰਮੁਖ ਹੋ ਕਰਕੇ ਦ੍ਰਿਸ਼ਟੀ ਧਾਰਨ ਕਰਨੀ। ਹਰਖ ਸ਼ੋਕ ਰਾਖ ਸੁਖ ਮਹਿ ਤਿਆ। ਹਰਖ ਸ਼ੋਕ ਰੱਖ ਸੁਖ ਮਹਿ ਤਿਆਗੋ। ਹਰਖ ਸ਼ੋਕ ਦੇ ਵਿੱਚ ਆਨੰਦ ਰਹਿਣਾ, ਤੇ ਇਹਦੇ ਵਿੱਚ ਹੀ ਜਿਹੜਾ ਹੈ ਬਿਰਤੀ ਜਿਹੜੀ ਇੱਕ ਸਮਾਨ ਰੱਖਣੀ। ਹਰਖ ਸ਼ੋਕ ਰੱਖ ਸੁਖ, ਇਹਦੇ ਖੁਸ਼ੀ ਗਮੀ ਵਿੱਚ ਸੁਖ ਆਨੰਦ ਰੱਖਣਾ। ਮਹਿ ਤਿਆਗੋ, ਇਹਦੇ ਵਿੱਚ ਜਿਹੜੀ ਬਿਰਤੀ ਹੈ ਉਹ ਸੰਸਾਰੀ ਤਿਆਗ ਦੇਣੀ ਹੈ। ਕਰੋ ਭਗਤ ਨਿਸਪਾਛਲ ਜਾਗੋ। ਭਗਤੀ ਕਰਨੀ ਹੈ, ਪਿਛਲੀ ਰਾਤ ਅੰਮ੍ਰਿਤ ਵੇਲੇ ਜਾਗਣਾ ਹੈ। ਸੁਣ ਕਰ ਬੂਝਣ ਲੱਗੇ ਸੇ ਮਾਨਵ। ਇਹ ਸੁਣ ਕਰਕੇ ਉਹ ਮਨੁੱਖ ਲੋਕ ਪੁੱਛਣ ਲੱਗੇ, ਦ੍ਰਿਸ਼ਟ ਜੋ ਰਹੀ ਸੋ ਹਮ ਨਹਿ ਜਾਣਵ।
ਕਹਿੰਦੇ ਮਹਾਰਾਜ ਜਿਹੜੀ ਤੁਸੀਂ ਦ੍ਰਿਸ਼ਟੀ ਦੱਸੀ ਹੈ ਉਹ ਅਸੀਂ ਤਾਂ ਨਹੀਂ ਜਾਣਦੇ। ਖੋਲ ਅਰਥ ਇਹੋ ਭਨੋ ਗੁਸਾਈ। ਐ ਮਾਲਕ ਜੀ ਇਸ ਗੱਲ ਦਾ ਅਰਥ ਖੋਲ ਕੇ ਸਾਨੂੰ ਦੱਸੋ। ਤੁਮ ਹੋ ਸੰਤ ਸਰਬ ਸੁਖਦਾਈ। ਤੁਸੀਂ ਸਾਰੇ ਸੁਖ ਦੇ ਦਾਤੇ ਮਹਾਨ ਸੰਤ ਹੋ। ਕਿਰਪਾ ਨਿਧਾਨ ਭਨੀ ਤਬ ਬਾਣੀ। ਕਿਰਪਾ ਦੇ ਖਜ਼ਾਨੇ ਸਤਿਗੁਰਾਂ ਨੇ ਫਿਰ ਬਚਨ ਕਹੇ। ਦ੍ਰਿਸ਼ਟ ਸੇ ਕੂਕਰ ਲੇਹੋ ਪਛਾਨੀ। ਕਹਿੰਦੇ ਜਿਹੜੀ ਕੁੱਤੇ ਦੀ ਦ੍ਰਿਸ਼ਟੀ ਹੁੰਦੀ ਹੈ ਕੂਕਰ ਦ੍ਰਿਸ਼ਟੀ ਇਉਂ ਜਾਣ ਲਵੋ। ਦੁੱਖ ਸੁਖ ਮੁਝ ਕੋ ਮਾਨਵ ਦੇਹੀ। ਇਹ ਸੋਚਦਾ ਵੀ ਫਲਾਣੇ ਨੇ ਮੈਨੂੰ ਦੁੱਖ ਦਿੱਤਾ, ਇਹਨੇ ਮੈਨੂੰ ਸੁੱਖ ਦਿੱਤਾ, ਇਹ ਤੋਂ ਮੈਨੂੰ ਸੁੱਖ ਮਿਲਿਆ, ਇਹ ਤੋਂ ਮੇਰਾ ਨੁਕਸਾਨ ਹੋਇਆ। ਇਹ ਦੁੱਖ ਸੁੱਖ ਸੋਚਦਾ ਵੀ ਮਨੁੱਖਾ ਦੇ ਹੀ ਹੈ, ਇਹ ਮਨੁੱਖ ਦੇ ਰਹੇ ਨੇ। ਨਿਜ ਕਰਮਨ ਕੀ ਲਖੈ ਨ ਕੇਹੀ। ਪਰ ਆਪਣੇ ਕਰਮਾਂ ਦੇ ਨਹੀਂ ਜਾਣਦਾ ਕਿ ਤੇ ਮੇਰੇ ਕੀਤੇ ਕਰਮਾਂ ਦਾ ਦੁੱਖ ਸੁੱਖ ਹੈ। ਮਾਰਨ ਹਾਰ ਨਾ ਜਾਣੈ ਸਵਾਨਾ। ਕੁੱਤਾ ਜਿਹੜਾ ਉਹ ਮਾਰਨ ਵਾਲੇ ਨੂੰ ਨਹੀਂ ਜਾਣਦਾ। ਲਸਟਕ ਕੋ ਕੱਟ ਹੈ ਅਣਜਾਨਾ। ਅਣਜਾਣਪੁਣੇ ਵਿੱਚ ਲਸਟਕ ਭਾਵ ਸੋਟੀ ਨੂੰ ਪੈਂਦਾ, ਉਹਨੂੰ ਮੂੰਹ ਮਾਰਦਾ ਕੱਟਦਾ ਹੈ। ਇਸ ਪ੍ਰਕਾਰ ਕੇ ਜੇ ਨਰ ਹੋਈ। ਇਸ ਤਰ੍ਹਾਂ ਦੇ ਜਿਹੜੇ ਪੁਰਸ਼ ਹੁੰਦੇ ਹਨ ਮਨਮੁਖ ਸਵਾਨ ਦ੍ਰਿਸ਼ਟ ਹੈ ਸੋਈ। ਉਹ ਮਨਮੁਖ ਨੇ, ਉਹਨਾਂ ਦੀ ਭਾਈ ਜਾਣੋ ਕੁੱਤੇ ਵਾਲੀ ਦ੍ਰਿਸ਼ਟੀ ਹੈ। ਕਿਸ ਪ੍ਰਕਾਰ ਦੁੱਖ ਸੁੱਖ ਬਨ ਆਵੇ। ਇੱਕ ਉਹ ਆ ਜਿਹੜਾ ਇਹ ਜੇ ਵੇਖਦਾ ਹੈ ਕਿ ਜਿਹੜੇ ਦੁੱਖ ਸੁੱਖ ਨੇ ਕਿਸ ਕਰਕੇ ਬਣ ਆਉਂਦੇ ਹਨ। ਨਿਜ ਕਰਮਨ ਤੇ ਸਭੀ ਲਖਾਵੇ। ਉਹ ਫਿਰ ਇਹ ਜਾਣਦਾ ਕਿ ਮੇਰੇ ਕਰਮਾਂ ਕਰਕੇ ਹੀ ਹਨ। ਜਸ ਵਿਦ ਕਰਮ ਕਰੈ ਨਰ ਪਾਵੈ। ਜਿਸ ਵਿਧੀ ਸਹਿਤ ਕੋਈ ਕਰਮ ਕਰਦਾ ਜਿਸ ਤਰ੍ਹਾਂ ਦੇ ਉਹੇ ਜਿਹਾ ਫਲ ਮਨੁੱਖ ਪਾਉਂਦਾ ਹੈ। ਫਲ ਦਾਤਾ ਕਰਤਾਰ ਸੁਹਾਵੈ। ਪਰ ਜੋ ਫਲ ਦਾਤਾ ਹੈ ਉਹ ਕਰਤਾਰ ਹੈ ਸੋਭਨੀਕ ਪਰਮੇਸ਼ਰ। ਜਿਉ ਕੇ ਹਰ ਤਜ ਸ਼ਸਤਰ ਸਾਰੇ। ਜਿਵੇਂ ਸ਼ੇਰ ਹੈ ਉਹ ਸਾਰੇ ਸ਼ਸਤਰ ਨੂੰ ਨਹੀਂ ਦੇਖਦਾ ਜੋ ਵੱਜ ਰਿਹਾ ਹੈ, ਉਹ ਮਾਰਨ ਵਾਲੇ ਨੂੰ ਦੇਖਦਾ। ਇਸ ਕਰਕੇ ਸ਼ਸਤਰਾਂ ਨੂੰ ਛੱਡ ਕੇ ਤੂਰਨ ਤੱਕਹਿ ਜੇ ਮਾਰਨ ਹਾਰੇ। ਉਹ ਤੁਰੰਤ ਮਾਰਨ ਵਾਲੇ ਵੱਲ ਨੂੰ ਤੱਕਦਾ ਹੈ। ਤਿਉ ਗੁਰਮੁਖ ਨਿਜ ਕਰਮਨ ਦਿਸਤੇ। ਇਸੇ ਤਰ੍ਹਾਂ ਜਿਹੜੇ ਗੁਰਮੁਖ ਨੇ ਉਹ ਆਪਣੇ ਕਰਮਾਂ ਦੇ ਵੱਲੋਂ ਹੀ ਲਖੈ ਸੋ ਦੁੱਖ ਸੁਖ ਅਪਰ ਨ ਕਿਸ ਤੇ। ਉਹ ਜਾਣਦੇ ਨੇ ਕਿ ਜਿਹੜੇ ਦੁੱਖ ਸੁੱਖ ਹੈ ਇਹ ਕਰਮ ਕਰਕੇ ਮਿਲਿਆ, ਹੋਰ ਕਿਸੇ ਤੋਂ ਨਹੀਂ। ਦੇਨ ਹਾਰ ਏਕੋ ਕਰਤਾਰਾ। ਤੇ ਫਲ ਦੇਣ ਵਾਲਾ ਏਕੋ ਕਰਤਾਰ ਵਾਹਿਗੁਰੂ ਹੈ। ਇਉਂ ਤੁਮ ਲਹੋ ਹੋਏ ਨਿਸਤਾਰਾ। ਇਉਂ ਤੁਸੀਂ ਭਾਈ ਜਾਣ ਲਓ, ਵਾਹਿਗੁਰੂ ਨਾਲ ਜੁੜੋ, ਤੁਹਾਡਾ ਭਲਾ ਹੋਵੇਗਾ, ਪਾਰ ਉਤਾਰਾ ਹੋਵੇਗਾ। ਮਨ ਰੋਕਣ ਕੀਜੈ ਅਭਿਆਸਾ। ਤੇ ਮਨ ਨੂੰ ਰੋਕਣ ਵਾਸਤੇ ਅਭਿਆਸ ਕਰੋ। ਵਿਸ਼ੈ ਬਾਸਨਾ ਹੋਏ ਸਭ ਨਾਸਾ। ਵਿਸ਼ੇ ਵਾਸ਼ਨਾਵਾਂ ਸਭ ਨਾਸ਼ ਹੋ ਜਾਣਗੀਆਂ। ਕਿਤਕ ਦਿਵਸ ਰਹਿ ਕਰ ਤਹਿ ਥਾਨਾ। ਕੁਝ ਕੁ ਦਿਨ ਇੱਥੇ ਸਥਾਨ ਤੇ ਰਹਿ ਕਰ। ਸਿੱਖ ਕੀਨ ਉਪਦੇਸ਼ ਬਖਾਨਾ। ਮਹਾਰਾਜ ਨੇ ਉਹਨਾਂ ਨੂੰ ਉਪਦੇਸ਼ ਦੇ ਕਰਕੇ ਆਪਣਾ ਸਿੱਖ ਬਣਾਇਆ ਹੈ। ਵਿਦਾ ਹੋਏ ਕੀਨੋ ਪੁਨ ਗਵਨੰ। ਫਿਰ ਮਹਾਰਾਜ ਇੱਥੋਂ ਵਿਦਾ ਹੋਏ ਅੱਗੇ ਚੱਲਣਾ ਕੀਤਾ ਹੈ। ਭਦਰ ਖੰਡ ਪਹੁੰਚੇ ਗੁਣ ਭਵਨੰ। ਅੱਗੇ ਮਹਾਰਾਜ ਗੁਣਾਂ ਦੇ ਘਰ ਸਤਿਗੁਰੂ ਜੀ ਭਦਰ ਖੰਡ ਪਹੁੰਚੇ ਹਨ। ਤਹਿ ਨ੍ਰਿਪ ਸੁਨਿਓ ਸੰਤ ਪੁਰ ਆਏ। ਉਥੋਂ ਦੇ ਰਾਜੇ ਨੇ ਸੁਣਿਆ ਕਿ ਨਗਰ ਵਿੱਚ ਸੰਤ ਆਏ ਹਨ। ਮਿਲਿਓ ਆਨ ਕਰ ਸੀਸ ਝੁਕਾਏ। ਉਹ ਮਹਾਰਾਜ ਨੂੰ ਆ ਕੇ ਮਿਲਿਆ, ਸਿਰ ਝੁਕਾਇਆ ਹੈ।
ਬੰਦ ਹਾਥ ਦੇ ਬੈਠ ਸਮੀਪਾ। ਹੱਥ ਬੰਨੇ ਤੇ ਮਹਾਰਾਜ ਜੀ ਦੇ ਕੋਲ ਬੈਠ ਗਿਆ। ਬੋਲਿਓ ਕੌਲ ਨਾਭ ਅਵਨੀਪਾ। ਤੇ ਉਹ ਜਿਹੜਾ ਸੀ ਕੌਲ ਨਾਭ ਕਮਲ, ਇਹ ਰਾਜੇ ਦਾ ਨਾਂ ਹੈ। ਰਾਜਾ ਨਾਭ ਕਮਲ ਕਹਿਣ ਲੱਗਿਆ, ਆਸ਼ਰਮ 4 ਲਿਖੇ ਜੋ ਆਹੀ। ਕਹਿੰਦਾ ਮਹਾਰਾਜ ਜੋ 4 ਆਸ਼ਰਮ ਲਿਖੇ ਹਨ, ਸ੍ਰਿਸ਼ਟ ਕੌਣ ਜਨੀਏ ਇਨ ਮਾਹੀ। ਇਹਨਾਂ ਦੇ ਵਿੱਚ ਕਿਹੜੀ ਸ੍ਰਿਸ਼ਟੀ ਜਾਣੀਏ, ਪੂਰਨ ਸੰਤ ਜਾਣ ਕਰ ਪੁੱਛਾ। ਕਹਿੰਦਾ ਮਹਾਰਾਜ ਮੈਂ ਤੁਹਾਨੂੰ ਪੂਰਨ ਸੰਤ ਜਾਣ ਕੇ ਪੁੱਛਿਆ ਹੈ। ਕਰੋ ਮੁਝੈ ਸੰਸੇ ਤੇ ਛੂਛਾ। ਕਿਰਪਾ ਕਰਕੇ ਮੈਨੂੰ ਸੰਸੇ ਤੋਂ ਖਾਲੀ ਕਰ ਦੇਵੋ, ਭਾਵ ਮੇਰਾ ਸੰਸਾ ਦੂਰ ਕਰ ਦੇਵੋ। ਸੁਣ ਕਰ ਬੋਲੇ ਬਚਨ ਕਿਰਪਾਲਾ। ਸੁਣ ਕੇ ਕਿਰਪਾਲੂ ਸਤਿਗੁਰੂ ਜੀ ਨੇ ਬਚਨ ਕਹੇ, ਸਭ ਤੇ ਜਾਨੋ ਗ੍ਰਸਤ ਵਿਸਾਲਾ। ਸ੍ਰਿਸ਼ਟੀ ਵਿੱਚ ਸਾਰਿਆਂ ਤੋਂ ਮਹਾਨ ਜਿਹੜਾ ਆਸ਼ਰਮ ਹੈ ਉਹ ਗ੍ਰਸਤ ਆਸ਼ਰਮ ਜਾਣੋ। ਉਤਪਤ ਪਰਨ ਸਭ, ਉਤਪਤ ਪਰਨੋ ਹੀ ਸਭ ਹੀ ਕੋ। ਉਤਪਤ ਪਰਨ ਸਭ ਹੀ ਕੋ। ਇਹ ਜਿਹੜਾ ਹੈ ਉਤਪਤੀ ਜਿੰਨੀ ਵੀ ਹੁੰਦੀ ਹੈ, ਜੋ ਵੀ ਆਪਾਂ ਸ੍ਰਿਸ਼ਟੀ ਹੈ, ਇਹਦੇ ਵਿੱਚ ਗ੍ਰਸਤ ਆਸ਼ਰਮ ਨੂੰ ਵੱਡਾ ਕਿਹਾ। ਉਤਪਤ ਪਰਨ ਸਭ ਹੀ ਕੋ। ਕੋਈ ਸ਼ਬਦ ਇੱਥੇ ਚੌਪਈ ਦੇ ਵਿੱਚ ਇੱਕ ਪਦਾ, ਕੋਈ ਸ਼ਬਦ ਅੱਖਰ ਘੱਟ ਹੋਣ ਦੇ ਨਾਲ ਇਹ ਤੋਲ ਨਹੀਂ ਪੂਰਾ ਉਤਰਦਾ। ਇਸ ਨੂੰ ਇਉਂ ਜਾਣ ਲੈਣਾ ਹੈ ਕਿ ਉਤਪਤ ਕਰਨ ਪਰਨ ਸਭ ਹੀ ਕੋ। ਕਰਨ ਸ਼ਬਦ ਜੋੜ ਲੈਣਾ ਨਾਲ। ਉਤਪਤ ਕਰਨ ਪਰਨ ਸਭ ਹੀ ਕੋ। ਇਹ ਉਤਪਤੀ ਕਰਨੀ ਸਾਰਿਆਂ ਨੂੰ, ਬਹੁਰੋ ਪਾਲਨ ਕਰ ਹੈ ਨੀਕੂ। ਫਿਰ ਮਹਾਰਾਜ ਕਹਿੰਦੇ ਵੀ ਦੇਖੋ ਗ੍ਰਸਤ ਆਸ਼ਰਮ ਵਿੱਚੋਂ ਅੱਗੇ ਜਿਹੜਾ ਹੈ ਪਦਾਇਸ਼ ਹੁੰਦੀ ਉਤਪਤੀ, ਤੇ ਫਿਰ ਭਾਈ ਗ੍ਰਸਤੀ ਹੋਈ ਹੈ ਜਿਹੜੇ ਸਭ ਦੀ ਪਾਲਣਾ ਕਰਦੇ ਆ। ਬਾਕੀ ਜਿੰਨੇ ਆਸ਼ਰਮ ਨੇ ਉਹ ਸਾਰੇ ਗ੍ਰਸਤ ਆਸ਼ਰਮ ਤੋਂ, ਚਾਹੇ ਕੋਈ ਸੰਨਿਆਸੀ ਹੈ, ਬਾਨਪ੍ਰਸਤੀ ਹੈ, ਰੋਟੀ ਪਾਣੀ ਦਾ ਗ੍ਰਸਤੀ, ਕੱਪੜਾ ਲੀੜਾ ਗ੍ਰਸਤੀ ਤੋਂ। ਇਸ ਕਰਕੇ ਮਹਾਰਾਜ ਕਹਿੰਦੇ ਇਉਂ ਭਾਈ ਫਿਰੇ ਪਾਲਣਾ ਕਰਦਾ ਹੈ। ਮੂਲ ਬਿਟਪ ਕੋ ਗ੍ਰਸਤ ਪਛਾਨੋ। ਬਿਟਪ ਨਾਮ ਹੈ ਜਿਵੇਂ ਦਰਖਤ ਹੁੰਦਾ ਹੈ ਇੱਕ। ਮਹਾਰਾਜ ਕਹਿੰਦੇ ਗ੍ਰਸਤ ਆਸ਼ਰਮ ਨੂੰ ਤੁਸੀਂ ਦਰਖਤ ਦਾ ਮੁੱਢ ਜਾਣ ਲਓ। ਆਸ਼ਰਮ ਅਪਰਜ ਸ਼ਾਖਾ ਜਾਨੋ। ਜਿੰਨੇ ਹੋਰ ਆਸ਼ਰਮ ਹਨ ਉਹ ਭਾਈ ਦਰਖਤ ਦੀਆਂ ਸ਼ਾਖਾਵਾਂ ਜਾਣ ਲਓ। ਬ੍ਰਹਮਚਰਜ ਪੁਨ ਬਾਨ ਪ੍ਰਸਤਾ। ਉਹ ਚਾਹੇ ਬ੍ਰਹਮਚਰਜ ਹੈ ਜਾਂ ਫਿਰ ਬਾਨਪ੍ਰਸਤ ਹੈ। ਪਹਿਲਾਂ ਜਿਵੇਂ ਇਹ ਪੁਰਾਤਨ ਰਿਸ਼ੀਆਂ ਮੁਨੀਆਂ ਨੇ 100 ਸਾਲ ਦਾ ਇਹਨੂੰ 4 ਹਿੱਸਿਆਂ 'ਚ ਵੰਡੀ ਸੀ ਜ਼ਿੰਦਗੀ। ਉਹਨਾਂ ਨੇ ਆਪਣੇ ਭਾਵਨਾ ਨਾਲ ਸਾਰਾ ਕਿ ਮਨੁੱਖ ਰੱਬ ਦਾ ਨਾਮ ਵੀ ਲਵੇ ਤੇ ਸਾਰੇ ਹੋਰ ਸੰਸਾਰੀ ਰੀਤਾਂ ਵੀ। ਪਹਿਲੇ 25 ਸਾਲ ਬ੍ਰਹਮਚਰਜ, ਕਿ ਇਸ ਤਰ੍ਹਾਂ ਬ੍ਰਹਮਚਰਜ ਵਿੱਚ ਰਹਿ ਕੇ ਪੜ੍ਹਨਾ, ਹੋਰ ਧਰਮ ਗ੍ਰੰਥ, ਵਿਦਿਆ, ਸੰਸਾਰ ਦਾ ਕਿਰਤ ਵਿਹਾਰ ਸਿੱਖਣੇ, ਤੇ ਬ੍ਰਹਮ ਵਿਦਿਆ ਲੈਣੀ, ਧਰਮ ਵਿਦਿਆ ਲੈਣੀ। ਫਿਰ ਅਗਲੇ 25 ਸਾਲ ਜਿਹੜੇ ਹੈ ਭਾਵ 26ਵੇਂ ਤੋਂ ਲੈ ਕੇ 50 ਸਾਲ ਤੱਕ ਇਹਨੂੰ ਗ੍ਰਸਤ ਆਸ਼ਰਮ ਕਿਹਾ, ਕਿ ਘਰ ਪਰਿਵਾਰ ਵਸਾ ਕੇ ਬਾਲ ਬੱਚਿਆਂ ਦੀ ਪਾਲਣਾ ਕਰਨੀ, ਕਿਰਤ ਕਰਨੀ, ਤੇ ਆਪਣੇ ਧਰਮ ਕਰਮ, ਦਾਨ ਪੁੰਨ, ਸੇਵਾ ਸਿਮਰਨ, ਇਸ ਤਰ੍ਹਾਂ ਭਾਵਨਾ ਨਾਲ ਜਿਵੇਂ ਗ੍ਰਸਤੀ ਬੰਦਾ ਜਿਤਨਾ ਕੋਈ ਕਰ ਸਕਦਾ ਸ਼ੁਭ ਕੰਮ ਕਰਨੇ। ਉਸ ਤੋਂ ਬਾਅਦ ਜਿਹੜਾ ਹੈ ਬਾਨਪ੍ਰਸਤ 50 ਤੋਂ ਲੈ ਕੇ 75 ਤੱਕ
ਬਾਨ ਪ੍ਰਸਤੀ ਹੋਣਾ ਵੀ ਅੰਨ ਪਾਣੀ ਛਕਿਆ, ਬਾਹਰ ਬੈਠੇ ਬੰਦਗੀ ਕੀਤੀ, ਬੱਚਿਆਂ ਨੂੰ ਕਿਹਾ ਭਾਈ ਤੁਸੀਂ ਆਪਣੀ ਕਿਰਤ ਵਿਰਤ ਕਰੋ, ਆਪਾਂ ਰੋਟੀ ਖਾਣੀ ਹੈ ਤੇ ਬਾਅਦ ਜਿੰਨਾ ਥੋੜਾ ਬਹੁਤਾ ਵਸਤਰ ਸਾਦੇ ਪਹਿਨੇ। ਜਿੱਥੇ ਹੋਇਆ ਸੰਤ ਮੰਡਲੀ ਬਾਹਰ ਜੰਗਲ ਅੱਗੇ ਨਾਮ ਜ਼ਿਆਦਾਤਰ ਇਕਾਂਤ ਵਿੱਚ ਜਪਦੇ ਸਨ। ਤੇ ਉਸ ਤੋਂ ਅੱਗੇ 76 ਤੋਂ 100 75 ਤੋਂ ਵੀ ਉੱਪਰ ਹੁਣ ਜਿੰਨੀ ਉਮਰ ਹੈ ਉਹਨੂੰ ਸੰਨਿਆਸ ਆਸ਼ਰਮ ਕਿਹਾ। ਸੰਨਿਆਸੀ ਹੋ ਜਾਣਾ, ਬਿਲਕੁਲ ਸਾਰਾ ਕੁਝ ਛੱਡ ਕਰਕੇ, ਕੋਈ ਘਰ ਦਾ ਨਹੀਂ ਮੋਹ, ਬੱਚਿਆਂ ਦਾ ਨਹੀਂ, ਹੁਣ ਨਹੀਂ, ਆਪੇ ਤੁਸੀਂ ਤੇ ਆਪ ਕਿਸੇ ਨਾ ਕਿਸੇ ਆਸ਼ਰਮ ਵਿੱਚ ਸੰਨਿਆਸੀ ਚਲੇ ਜਾਣਾ, ਉੱਥੇ ਰਹਿ ਕੇ ਆਪਦਾ ਨਾਮ ਬਾਣੀ ਜਪਣਾ, ਸੇਵਾ ਤੇ ਉਹ ਜਿਹਾ ਬੰਦਗੀਆਂ ਕਰਨੀਆਂ। ਇਹ 4 ਤਰ੍ਹਾਂ ਦੇ ਆਸ਼ਰਮ ਜ਼ਿੰਦਗੀ ਦੇ ਭਾਵ ਵੰਡੇ ਸਨ। ਗੁਰੂ ਮਹਾਰਾਜ ਨੇ ਕਿਹਾ ਕਿ ਜੀਵਨ ਵਿੱਚ ਭਾਈ ਤੁਸੀਂ ਗ੍ਰਸਥ ਆਸ਼ਰਮ ਵਿੱਚ ਰਹਿ ਕੇ ਚਾਰੇ ਅਵਸਥਾ ਪਾਲ ਸਕਦੇ ਹੋ, ਕਿਉਂਕਿ ਕਲਯੁਗ ਦਾ ਸਮਾਂ ਹੈ। ਹੁਣ ਬਹੁਤੀ ਮਸ਼ੱਕਤ ਨਹੀਂ ਹੋ ਸਕਦੀ ਦੁਨੀਆ ਤੋਂ, ਇਸ ਕਰਕੇ ਥੋੜੇ ਕਰਮ ਨਾਲ ਫਲ ਬਹੁਤਾ ਮਹਾਰਾਜ ਨੇ ਬਖਸ਼ਿਆ। ਗੁਰੂ ਸਾਹਿਬ ਜੀ ਉਪਦੇਸ਼ ਦੇ ਰਹੇ ਨੇ ਵੀ ਇਹ ਆਸ਼ਰਮ ਜਿਹੜੇ ਗ੍ਰਸਥ ਆਸ਼ਰਮ ਦਰਖਤ ਦਾ ਮੁੱਢ ਹੈ ਤੇ ਬਾਕੀ ਜਿਹੜੇ ਆਸ਼ਰਮ ਨੇ ਸ਼ਾਖਾ ਹਨ। ਬ੍ਰਹਮਚਰਜ ਪੁਨ ਬਾਨੰ ਪ੍ਰਸਤਾ, ਬ੍ਰਹਮਚਰਜ ਹੈ ਫਿਰ ਬਾਨ ਪ੍ਰਸਤ ਹੈ। ਹਰ ਸੰਨਿਆਸੀ ਸਤੇ ਬਸਤਾ, ਔਰ ਅੱਗੇ ਫਿਰ ਭਾਈ ਸੰਨਿਆਸੀ ਹੈ, ਉਹ ਵੀ ਇਸੇ ਤੋਂ ਹੀ ਬਰੋਸਾਇਆ ਜਾਂਦਾ ਹੈ। ਵੰਡ ਖਾਏ ਅਰ ਦਾਨ ਕਰੇ, ਗ੍ਰਸਤੀ ਤਾਂ ਮਹਾਨ ਹੈ, ਕਿਰਤ ਕਰਦਾ ਵੰਡ ਕੇ ਛਕਦਾ ਤੇ ਦਾਨ ਕਰੇ। ਛੂਛ ਨ ਫਿਰੇ ਅਭਿਆਗਤ ਜੇਹੀ, ਕੋਈ ਵੀ ਗੁਰਮੁਖ ਸਾਧੂ ਅਭਿਆਗਤ ਪੁਰਸ਼ ਉਹਦੇ ਘਰੋਂ ਖਾਲੀ ਨਹੀਂ ਜਾਂਦਾ ਹੈ। ਗ੍ਰਸਤ ਬਿਖੈ ਆਤਮ ਅਭਿਆਸਾ, ਤੇ ਜਿਹੜਾ ਗ੍ਰਸਤ ਆਸ਼ਰਮ ਵਿੱਚ ਰਹਿ ਕੇ ਕੋਈ ਆਤਮ ਅਭਿਆਸ ਕਰਦਾ ਹੈ। ਕਰਤ ਜੇ ਨਰ ਸਿਮਰਹਿ ਸੁਖ ਰਾਸਾ, ਕਿਉਂ ਪ੍ਰਾਣੀ ਭਾਈ ਜੋ ਹੈ ਆਤਮ ਅਭਿਆਸ ਕਰਦਾ, ਸੁੱਖਾਂ ਦੀ ਰਾਸ ਸਤਿਗੁਰਾਂ ਜੀ ਨੂੰ ਸਿਮਰਦਾ ਹੈ। ਭਾਉ ਭਗਤ ਕਰ ਕ੍ਰਿਤ ਕੋ ਕਰਹੀ, ਤੇ ਪ੍ਰੇਮਾ ਭਗਤੀ ਕਰਦਾ ਹੋਇਆ ਆਪਣੀ ਕਿਰਤ ਕਰਦਾ ਹੈ। ਤਿਨ ਕੀ ਉਪਮਾ ਕੌਣ ਉਚਰਹੀ, ਉਹਨਾਂ ਦੀ ਭਾਈ ਜਿਹੜੀ ਉਪਮਾ ਵਡਿਆਈ ਹੈ ਉਹ ਭਲਾ ਕੋਈ ਕੌਣ ਕਹਿ ਸਕਦਾ ਹੈ। ਸੁਨੇ ਬਚਨ ਹਰ ਖਾਏ ਭੁਵਾਲਾ, ਰਾਜਾ ਕਮਲ ਨਾਭ ਕਮਲ ਬਚਨ ਸੁਣ ਕੇ ਬਹੁਤ ਖੁਸ਼ ਹੋਇਆ ਹੈ। ਬੰਧਨ ਕੀਏ ਹੋਏ ਨਿਮਰ ਵਿਸਾਲਾ, ਨਿਮਰਤਾ ਵਿੱਚ ਹੋ ਕਰਕੇ ਬਹੁਤ ਨਿਮਰਤਾ ਧਾਰ ਕੇ ਰਾਜੇ ਨੇ ਬੰਦਨਾ ਕੀਤੀ ਹੈ। ਕਿਤਕ ਦਿਵਸ ਨਿਜ ਪੁਰ ਮਹਿ ਡੇਰਾ, ਕੁਝ ਇੱਕ ਦਿਨ ਆਪਣੇ ਨਗਰ ਦੇ ਵਿੱਚ ਡੇਰਾ ਰਾਖਿਓ ਕਰਕੇ ਭਾਵ ਕਨੇਰਾ। ਰਾਜੇ ਨੇ ਬਹੁਤ ਪ੍ਰੇਮ ਭਾਵਨਾ ਕਰਕੇ ਮਹਾਰਾਜ ਦਾ ਇਉਂ ਡੇਰਾ ਉੱਥੇ ਰੱਖਿਆ। ਤਹਿ ਉਪਦੇਸ਼ ਦੀਨ ਜਗ ਭੇਸਾ, ਕਿਉਂ ਮਹਾਰਾਜ ਨੇ ਉਸ ਨੂੰ ਜਿਹੜਾ ਹੈ ਜਗਤ ਈਸ਼ਵਰ ਨੇ ਜਗੇਸ਼ਾ ਉਪਦੇਸ਼ ਦਿੱਤਾ ਸਾਰਿਆਂ ਨੂੰ। ਸਿਮਰਹਿ ਨਾਮ ਪਰਜਾ ਸੋ ਨਰੇਸਾ, ਤਾਂ ਰਾਜਾ ਕੀ ਪਰਜਾ ਕੀ ਵਾਹਿਗੁਰੂ ਜੀ ਦਾ ਨਾਮ ਸਿਮਰਦੇ ਹਨ। ਰਚ ਧਰਮਸਾਲ ਗਮਨੇ ਗੁਣ ਖਾਨੀ, ਫਿਰ ਇੱਥੇ ਧਰਮਸਾਲ ਰਚੀ ਮਹਾਰਾਜ ਗੁਣਾਂ ਦੀ ਖਾਣ ਅੱਗੇ ਚੱਲੇ ਹਨ। ਮਰਦਾਨੇ ਸੋ ਬੋਲੇ ਬਾਣੀ, ਭਾਈ ਮਰਦਾਨੇ ਨੂੰ ਫਿਰ ਬਚਨ ਕਹੇ। ਅਸ਼ਟ ਖੰਡ ਇਹੋ ਤੁਮੈ ਦਿਖਾਏ, ਭਾਈ ਮਰਦਾਨਿਆਂ ਦੇਖ ਤੈਨੂੰ 8 ਖੰਡ ਦਿਖਾ ਦਿੱਤੇ। 9ਵੇਂ ਭਾਰਤ ਖੰਡ ਗਿਨਾਈ, ਤੇ 9ਵਾਂ ਖੰਡ ਭਾਰਤ ਖੰਡ ਕਿਹਾ ਹੈ। ਚੱਲ ਕਰ ਅਵਹਿ ਦਿਖਾਵਹਿ ਉਹੀ, ਹੁਣ ਚੱਲ ਤੈਨੂੰ ਉਹ ਭਾਰਤ ਖੰਡ ਦਿਖਾ ਦਿੰਦੇ ਹਾਂ। ਜਿਹ ਪਰਿਵਾਰ ਸਦਨ ਹੈ ਤੋਹੀ, ਜਿੱਥੇ ਭਾਈ ਮਰਦਾਨਿਆਂ ਤੇਰਾ ਪਰਿਵਾਰ ਹੈ, ਤੇਰਾ ਘਰ ਹੈ, ਇਹ ਸਾਰਾ ਭਾਰਤ ਖੰਡ ਹੈ। ਸ੍ਰੀ ਗੁਰ ਸੋ ਬੋਲਿਓ ਮਰਦਾਨਾ,
ਸ੍ਰੀ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਨੂੰ ਭਾਈ ਮਰਦਾਨਾ ਕਹਿੰਦਾ ਹੈ, ਅਬ ਸਭ ਦੀਪ ਦਿਖਾਓ ਮਹਾਨਾ। ਕਹਿੰਦਾ ਮਹਾਰਾਜ ਹੁਣ ਤੁਸੀਂ ਸਾਰੇ ਜਿੰਨੇ ਸੱਤ ਮੁਖ ਲਿਖਿਆ ਸਪਤ ਦੀਪ, ਵੀ ਮਹਾਰਾਜ ਮੈਨੂੰ ਸਾਰੇ ਜਿਹੜੇ ਮਹਾਨ ਦੀਪ ਹਨ ਉਹ ਵੀ ਦਿਖਾ ਦਿਓ। ਇਹੋ ਲਾਲਸ ਮੇਰੇ ਮਨ ਮਾਹੀ, ਇਹ ਮੇਰੇ ਮਨ ਦੇ ਵਿੱਚ ਮਹਾਰਾਜ ਇੱਛਾ ਹੈ, ਦੇਖੋ ਸਪਤ ਦੀਪ ਜੇ ਆਹੀ, ਕਿ ਜਿਹੜੇ ਸੱਤ ਦੀਪ ਹਨ ਉਹ ਵੀ ਮੈਂ ਵੇਖ ਲਵਾਂ। ਸਭ ਪ੍ਰਕਾਰ ਸਮਰੱਥ ਸੁਆਮੀ, ਤੁਸੀਂ ਮਹਾਰਾਜ ਜੀ ਸਭ ਤਰ੍ਹਾਂ ਕਰਕੇ ਸਮਰੱਥ ਹੋ ਮਾਲਕ ਜੀ। ਜਹ ਚਾਹੋ ਤਹਿ ਕੇ ਤੁਮ ਗਾਮੀ, ਤੇ ਜਿੱਥੇ ਚਾਹੋ ਤੁਸੀਂ ਮਹਾਰਾਜ ਉੱਥੇ ਹੀ ਗਮਨ ਕਰ ਸਕਦੇ ਹੋ। ਸੁਣ ਕੇ ਬੋਲੇ ਕਿਰਪਾ ਨਿਧਾਨਾ, ਕਿਰਪਾ ਨਿਧਾਨ ਸਤਿਗੁਰੂ ਜੀ ਸੁਣ ਕਰਕੇ ਕਹਿਣ ਲੱਗੇ, ਉੱਤਮ ਜੰਬੂ ਦੀਪ ਮਹਾਨਾ, ਕਿ ਜਿਹੜਾ ਸਾਰਿਆਂ ਨੂੰ ਮਹਾਨ ਦੀਪ ਹੈ ਉੱਤਮ ਜੰਬੂ ਦੀਪ ਹੈ। ਲੱਖ ਜੋਜਨ ਇਸ ਕੋ ਵਿਸਥਾਰੂ, ਤੇ ਜੰਬੂ ਦੀਪ ਦਾ ਜਿਹੜਾ ਵਿਸਥਾਰ ਹੈ 1 ਲੱਖ ਜੋਜਨ ਹੈ। ਸਭ ਦੀਪਨ ਕੇ ਲਖੋ ਮਝਾਰੂ, ਜੋ ਸਾਰੇ ਦੀਪਾਂ ਦੇ ਵਿੱਚ ਹੈ ਜਾਣ ਲੈ। ਤਰ ਜਾਮਨ ਤੇ ਜੰਬੂ ਗਾਏ, ਤੇ ਇਸ ਤਰ੍ਹਾਂ ਫਿਰ ਇਹ ਜਿਹੜੇ ਹੈ ਤਰ ਜਾਮਨ ਤੇ ਜੰਬੂ ਦੀਪ ਇਤਿਆਦ ਕਹੇ ਜਾਂਦੇ। ਹੈ ਨਵ ਖੰਡ ਜੋ ਤੁਝੇ ਦਿਖਾਏ, ਇਹ ਸਾਰੇ 9 ਖੰਡ ਜਿਹੜੇ ਐ ਇਹ ਤੈਨੂੰ ਇਹਨਾਂ ਦੇ ਵਿੱਚ ਹੀ ਨੇ ਜਿਹੜੇ ਤੈਨੂੰ ਦਿਖਾਏ ਹਨ। 3 ਮਹਿ ਭਰਤ ਖੰਡ ਹੈ ਜੋ, ਇਹਨਾਂ ਵਿੱਚ ਜਿਹੜਾ ਭਰਤ ਖੰਡ ਹੈ, ਧਰਾ ਬੀਜ ਕੀ ਜਾਨੋ ਸੋ, ਉਹ ਜਾਣੋ ਕਿ ਜਿਵੇਂ ਬੀਜ ਹੁੰਦਾ ਹੈ ਵਿਚਾਲੇ ਇਉਂ ਹੈ ਧਰਿਆ ਹੋਇਆ। ਦੋਹਰਾ ਪੁੰਨ ਜਗ ਤਪ ਕਰ ਵੱਡੇ, ਭਰਤ ਖੰਡ ਕੇ ਥਾਨ। ਮਹਾਰਾਜ ਕਹਿੰਦੇ ਪੁੰਨ ਕਰਨੇ, ਜਗ ਕਰਨੇ, ਤਪ ਕਰਨੇ ਵੱਡੇ ਵੱਡੇ, ਇਹ ਭਰਤ ਖੰਡ ਦੇ ਸਥਾਨ ਤੇ ਭਰਤ ਖੰਡ ਜਿਹੜਾ ਇਲਾਕਾ ਸਾਰਾ ਜਿਵੇਂ 9 ਖੰਡ ਨੇ, ਇਹਨਾਂ ਵਿੱਚੋਂ ਜਿਹੜੇ ਆ ਬਸ ਰਹੀ ਮੁੱਖ ਧਰਤੀ ਇਹਨੂੰ ਭਰਤ ਖੰਡ ਕਿਹਾ, ਜਿੱਥੇ ਬਸੋਂ ਹੈ ਸਾਰੀ ਆ ਸਾਰਾ ਆਪਣਾ ਦੇਸ਼ ਆਲਾ ਦੁਆਲਾ ਏਸ਼ੀਆਈ। ਇਸ ਸਥਾਨ ਤੇ ਦੀਪ ਖੰਡ ਅਨ ਜਾਏ ਸੋ, ਭੋਗ ਹੈ ਭੋਗ ਮਹਾਨ। ਮਹਾਰਾਜ ਕਹਿੰਦੇ ਵੀ ਇੱਥੇ ਕਰਕੇ ਨਾ ਜਪ ਤਪ ਭਰਤ ਖੰਡ ਵਿੱਚ, ਫਿਰ ਦੀਪ ਖੰਡ ਇਹਨਾਂ ਜਗ੍ਹਾ ਜਾ ਕਰਕੇ ਚੰਗੇ ਇਹਨਾਂ ਦੇ ਫਲ ਮਹਾਨ ਫਲ ਭੋਗਾਂ ਨੂੰ ਭੋਗਦਾ ਹੈ। ਚੌਪਈ ਤੇਰੋ ਕਹਿਓ ਨ ਮੇਟੋ ਕੈਸੇ, ਮਹਾਰਾਜ ਕਹਿੰਦੇ ਭਾਈ ਮਰਦਾਨਿਆਂ ਤੇਰਾ ਕਿਹਾ ਹੋਇਆ ਸੀ ਕਿਵੇਂ ਮੋੜ ਸਕਦੇ ਹਾਂ। ਚੱਲੋ ਦਿਖਾਵੋ ਤੋ ਔਰ ਜੈਸੇ, ਚੱਲ ਤੇਰੇ ਭਾਈ ਮਨ ਵਿੱਚ ਜੋ ਹੈ ਉਹ ਵੀ ਤੈਨੂੰ ਦਿਖਾ ਦਿੰਦੇ ਹਾਂ। ਸੰਮਤ 44 ਅੱਗੇ ਚੱਲੇ ਅਗਾਰੀ, ਇਹ ਭਾਈ ਗੁਰੂ ਸਾਹਿਬ ਦੀ ਉਹ ਸਰੀਰਕ ਉਮਰ 44 ਸਾਲ ਦੀ, 44ਵੇਂ ਸਾਲ ਸੀ ਜਦੋਂ ਅੱਗੇ ਚੱਲੇ। ਇਸ ਸਮੁੰਦਰ ਕੇ ਪਹੁੰਚੇ ਪਾਰੀ, ਇੱਕ ਸਮੁੰਦਰ ਤੇ ਪਾਰ ਪਹੁੰਚੇ ਹਨ। ਲੱਖ ਜੋਜਨ ਕੋ ਥੋ ਵਿਸਥਾਰਾ, ਲੱਖ ਜੋਜਨ ਦਾ ਆਲਾ ਦੁਆਲਾ ਵਿਸਥਾਰ ਹੈ। ਪਾਰ ਗਏ ਨਹਿ ਲੱਗੀ ਅਵਾਰਾ, ਪਾਰ ਚਲੇ ਗਏ ਦੇਰ ਨਹੀਂ ਲੱਗੀ ਹੈ। ਪਿਲਖ ਦੀਪ ਮਹਿ ਬੈਠੇ ਜਾਏ, ਉਹ ਦੀਪ ਜਿਹਦਾ ਨਾਂ ਪਿਲਖ ਦੀਪ ਹੈ ਉੱਥੇ ਜਾ ਬੈਠੇ ਹਨ। ਤਰ ਪਿਲਖਨ ਤੇ ਨਾਮ ਸਦਾਈ, ਉਹਦਾ ਨਾਂ ਪਿਲਖ ਦੀਪ ਤਾਂ ਪਿਆ ਕਿਉਂਕਿ ਪਿਲਖਣ ਦੇ ਦਰਖਤ ਸਨ, ਇਸ ਕਰਕੇ ਉਹਦਾ ਨਾਂ ਪਿਲਖ ਦੀਪ ਕਿਹਾ ਜਾਂਦਾ ਹੈ। ਅਦਕ ਨਰਨ ਕੋਰ ਚਿਰ ਸਰੂਪਾ, ਤੇ ਬਹੁਤ ਲੋਕਾਂ ਦੇ ਜਿਹੜੇ ਸਰੂਪ ਨੇ ਉਹ ਬਹੁਤ ਜ਼ਿਆਦੇ ਭਾਈ ਲੋਕਾਂ ਦੇ ਸੁੰਦਰ ਹਨ। ਸੁਖ ਭੋਗਹਿ ਨਿਜ ਮਨ ਅਨਰੂਪਾ,
ਮਨ ਇੱਛਤ ਸੁਖ ਜਿਹੜੇ ਉਹਨਾਂ ਦੇ ਜੋ ਵੀ ਮਨ ਵਿੱਚ ਹੁੰਦਾ ਉਹ ਭੋਗਦੇ ਹਨ। ਬੈਸ ਸਭਨ ਕੀ ਬਰਖ ਹਜ਼ਾਰੂ, ਤੇ ਉਮਰ ਸਾਰਿਆਂ ਦੀ 1000 ਬਰਖ ਹੈ। ਸਮ ਅਮਰਨ ਕੇ ਤਿਨ ਵਿਵਹਾਰੂ, ਉਹਨਾਂ ਦੇ ਜਿਹੜੇ ਕਾਰਜ ਨੇ ਉਹ ਦੇਵਤਿਆਂ ਵਰਗੇ ਹਨ। ਜਹ ਗੁਰ ਬੈਸੇ ਨਰ ਬਹੁ ਆਏ, ਜਿੱਥੇ ਗੁਰੂ ਸਾਹਿਬ ਬੈਠੇ ਉੱਥੇ ਬਹੁਤ ਲੋਕ ਆ ਗਏ। ਹਾਥ ਜੋੜ ਪੱਗ ਸੀਸ ਨਿਵਾਏ, ਹੱਥ ਜੋੜੇ ਤੇ ਮਹਾਰਾਜ ਦੇ ਚਰਨਾਂ ਤੇ ਮੱਥਾ ਟੇਕਿਆ। ਅਪਰ ਦੀਪ ਕੋ ਸੰਤ ਸਰੂਪਾ, ਉਹਨਾਂ ਜਾਣਿਆ ਕਿਸੇ ਹੋਰ ਦੀਪ ਦੇ ਇਹ ਭਾਈ ਸੰਤ ਸਰੂਪ ਨੇ। ਐਸੇ ਸੰਤ ਮਹਾਪੁਰਸ਼ ਹਨ। ਅਸ ਲਖ ਆਨਹਿ ਭੇਟ ਅਨੂਪਾ, ਐਸਾ ਜਾਣ ਕਰਕੇ ਬੇਅੰਤੋ ਭੇਟਾ ਲੈ ਕੇ ਪਹੁੰਚੇ। ਮਧੁਰ ਧਰੇ ਫਰ ਰੁਚਰ ਅਗਾਰੀ, ਮਿੱਠੇ ਤੇ ਸੋਹਣੇ ਸੁੰਦਰ ਫਲ ਮਹਾਰਾਜ ਦੇ ਅੱਗੇ ਰੱਖੇ। ਬੈਠੇ ਚੌਹਦਿਸ ਅਚਰਜ ਧਾਰੀ, ਚਾਰੇ ਪਾਸੇ ਬਹਿ ਗਏ ਹੈਰਾਨੀ ਅਚਰਜਤਾ ਧਾਰ ਕੇ। ਤਿੰਨ ਭਾਖਾ ਗੁਰ ਬਚਨ ਉਚਾਰੇ, ਉਹਨਾਂ ਨੂੰ ਮਹਾਰਾਜ ਨੇ ਬਚਨ ਉਚਾਰੇ। ਉਹ ਭਾਖਾ ਪੁੱਛਿਆ, ਸਭ ਵਿਦ ਹੈ ਆਨੰਦ ਤੁਮਾਰੇ, ਸਭ ਤਰ੍ਹਾਂ ਕਰਕੇ ਭਾਈ ਕੀ ਤੁਹਾਡੇ ਆਨੰਦ ਖੁਸ਼ੀ ਹੈ। ਜਿਸ ਪ੍ਰਕਾਰ ਇਸ ਦੀਪ ਮਝਾਰਾ, ਜਿਸ ਤਰ੍ਹਾਂ ਇਸ ਦੀਪ ਦੇ ਵਿੱਚ ਹਮ ਸੋ ਕਹੋ ਸਰਬ ਵਿਵਹਾਰਾ, ਸਾਨੂੰ ਦੱਸੋ ਕਿ ਸਾਰੇ ਵਿਵਹਾਰ ਕਿਸ ਤਰ੍ਹਾਂ ਹਨ। ਸੁਖ ਦੁੱਖ ਜੇਤੋ ਹੈ ਤੁਮ ਤਾਈ, ਜੋ ਸੁਖ ਜੋ ਦੁੱਖ ਤੁਹਾਨੂੰ ਹਨ। ਸੋਈ ਸੁਨਾਵੋ ਕੂਰ ਬਿਹਾਈ, ਉਹ ਸਾਨੂੰ ਕੂਰ ਬਿਹਾਈ, ਕੂਰ ਭਾਵ ਝੂਠ ਛੱਡ ਕੇ ਸਭ ਦੱਸੋ, ਭਾਵ ਸੱਚ ਸੱਚ ਦੱਸੋ। ਦੋਹਰਾ ਨਰ ਬੋਲ ਤਿਸ ਦੀਪ ਕੇ, ਹੈ ਸੁਖ ਸਰਬ ਪ੍ਰਕਾਰ। ਉਥੋਂ ਦੀਪ ਦੇ ਲੋਕ ਕਹਿਣ ਲੱਗੇ, ਜੀ ਇੱਥੇ ਸਭ ਤਰ੍ਹਾਂ ਦੇ ਸੁੱਖ ਹਨ। ਤ੍ਰੈ ਦੁੱਖ ਹੈ ਸਭ ਹਨ ਵਿਖੈ, ਸੋ ਹਮ ਕਰਹਿ ਉਚਾਰ। ਪਰ ਨਾਲ ਹੀ ਸਾਰਿਆਂ ਦੇ ਵਿੱਚ 3 ਦੁੱਖ ਨੇ, ਉਹ ਅਸੀਂ ਤੁਹਾਨੂੰ ਬੋਲ ਕੇ ਦੱਸਦੇ ਹਾਂ। ਚੌਪਈ ਵੱਡੋ ਆਪ ਤੇ ਜਹ ਕੋ ਜਾਣੈ, ਇੱਥੇ ਦੁੱਖ ਕੀ ਹੈ? ਜਿਹੜਾ ਕੋਈ ਆਪਣੇ ਤੋਂ ਜਿਸ ਨੂੰ ਕੋਈ ਵੱਡਾ ਜਾਣਦਾ ਹੈ। ਤਿਹ ਸੋ ਮਨ ਮਹਿ ਮਤ ਸਰ ਠਾਨੈ ਹੈ, ਉਹਦੇ ਨਾਲ ਉਹ ਫਿਰ ਆਪਣੇ ਮਨ ਵਿੱਚ ਈਰਖਾ ਰੱਖਦਾ ਹੈ। ਲਗ ਕੋ ਦੇਖ ਗਰਬ ਔਰ ਧਰਹੀ, ਤੇ ਜਿਹੜਾ ਵੱਡਾ ਹੈ ਉਹ ਛੋਟੇ ਨੂੰ ਵੇਖਦਾ, ਉਹ ਆਪਣੇ ਅੰਦਰ ਮਨ ਵਿੱਚ ਹੰਕਾਰ ਧਾਰਦਾ ਹੈ। ਜੋ ਸਮ ਹੋਏ ਸਪਰਧਾ ਕਰਹੀ, ਜਿਹੜੇ ਭਾਈ ਉਹ ਬਰਾਬਰ ਹੁੰਦੇ ਨੇ ਉਹਦੇ ਨਾਲ ਹੀ ਸਪਰਧਾ ਮੇਲ ਮਿਲਾਪ ਕਰਦੇ ਹਨ। ਇਨ ਦੁੱਖ ਤੇ ਹੈ ਨਰ ਦੁਖਵੰਤੇ, ਤੇ ਜਾਂ ਕਹੀਏ ਜੋ ਬਰਾਬਰ ਦਾ ਹੈ ਉਹਦੇ ਨਾਲ ਜਿਹੜਾ ਹੈ ਉਹ ਜਿਵੇਂ ਕੋਈ ਦੁਨੀਆ ਬਰਾਬਰ ਦੇ ਨਾਲ ਹੁੰਝਣਬਾਜੀ ਰੱਖਣੀ, ਟਕਰਾਅ ਰੱਖਣਾ, ਇਸ ਤਰ੍ਹਾਂ ਦਾ ਸਾਰੇ ਇਹ ਦੁੱਖ ਨੇ। ਇਨ ਦੁੱਖ ਤੇ ਹੈ ਨਰ ਦੁਖਵੰਤੇ, ਮਹਾਰਾਜ ਇਹਨਾਂ ਦੁੱਖਾਂ ਦੇ ਨਾਲ ਲੋਕ ਦੁਖੀ ਹਨ। ਔਰ ਸਰਬ ਸੁਖ ਸੁਨੋ ਬਿਰਤੰਤੇ, ਹੋਰ ਤਾਂ ਮਹਾਰਾਜ ਜੀ ਸਭ ਤਰ੍ਹਾਂ ਕਰਕੇ ਸੁਣ ਲਓ ਵੀ ਸੁਖ ਹੀ ਹਨ। ਸੁਣ ਕਰ ਬੋਲੇ ਕਿਰਪਾ ਨਿਧਾਨਾ, ਤਾਂ ਸੁਣ ਕਰਕੇ ਕਿਰਪਾ ਨਿਧਾਨ ਸਤਿਗੁਰੂ ਜੀ ਕਹਿਣ ਲੱਗੇ। ਬਚਨ ਹਮਾਰੇ ਕਰੋ ਪ੍ਰਮਾਨਾ, ਮਹਾਰਾਜ ਕਹਿੰਦੇ ਭਾਈ ਇਉਂ ਕਰੋ, ਫਿਰ ਅਸੀਂ ਬਚਨ ਕਰਦੇ ਹਾਂ, ਬਚਨ ਤੁਸੀਂ ਪ੍ਰਵਾਨ ਕਰੋ। ਇਹੋ ਤੀਨੋਂ ਦੁੱਖ ਜਾਹੇ ਪਰਾਈ, ਤਾਂ ਤੁਹਾਡੇ ਇਹ ਤਿੰਨੇ ਦੁੱਖ ਵੀ ਦੂਰ ਹੋ ਜਾਣਗੇ। ਸਦਾ ਆਨੰਦ ਰਹਿ ਤੁਮ ਤਾਈ, ਤੇ ਤੁਹਾਡੇ ਤਾਈ ਸਦਾ ਆਨੰਦ ਖੁਸ਼ੀ ਰਹੇਗੀ। ਬੂਝਣ ਲੱਗੇ ਸੇ ਨਰ ਕਰ ਬੰਦੇ, ਹੱਥ ਜੋੜ ਕੇ ਉਹ ਲੋਕ ਮਹਾਰਾਜ ਨੂੰ ਪੁੱਛਣ ਲੱਗੇ।
ਦੇਹੁ ਸੀਖ ਜਿਮ ਸਦਾ ਆਨੰਦੇ। ਕਹਿੰਦੇ ਮਹਾਰਾਜ ਫਿਰ ਉਹ ਸਾਨੂੰ ਸਿੱਖਿਆ ਦੇਵੋ ਜਿਹਦੇ ਨਾਲ ਸਾਨੂੰ ਸਦਾ ਆਨੰਦ ਬਣਿਆ ਰਹੇ। ਦੋਹਰਾ ਸਰਬ ਬਿਖੈ ਸਤ ਨਾਮ ਹੈ, ਨਾਮ ਬਿਨਾ ਨਹਿ ਕੋਏ। ਮਹਾਰਾਜ ਕਹਿੰਦੇ ਭਾਈ ਸਾਰਿਆਂ ਦੇ ਵਿੱਚ ਪਰਮੇਸ਼ਰ ਵਾਹਿਗੁਰੂ ਉਸ ਦਾ ਨਾਮ ਵਸਦਾ ਹੈ, ਪਰਮੇਸ਼ਰ ਤੋਂ ਬਿਨਾ ਕੋਈ ਨਹੀਂ। ਐਸੇ ਜਬ ਉਰ ਮੈਂ ਲਖੋ ਦ્વੈਤ ਨ ਕਬਹੂ ਹੋਏ। ਇਹ ਤੁਸੀਂ ਆਪਣੇ ਮਨ ਵਿੱਚ ਪਰਪੱਕ ਜਾਣ ਲਓ, ਤੇ ਜਦੋਂ ਇਹ ਜਾਣ ਲਵਾਂਗੇ ਕਿ ਸਾਰਿਆਂ ਦੇ ਵਿੱਚ ਪਰਮੇਸ਼ਰ ਹੈ, ਐਸਾ ਜਦੋਂ ਤੁਸੀਂ ਆਪਣੇ ਹਿਰਦੇ ਅੰਦਰ ਅੰਤਸ਼ਕਰਨ ਅੰਦਰ ਜਾਣੋਗੇ, ਦ્વੈਤ ਨਾ ਕਬਹੂ ਹੋਏ, ਫਿਰ ਕਿਸੇ ਨਾਲ ਦ્વੈਤ ਕੋਈ ਈਰਖਾ ਉਹ ਕਦੇ ਨਹੀਂ ਹੋਵੇਗੀ। ਚੌਪਈ ਦ੍ਰਿੜ ਮਨ ਮਹਿ ਇਸ ਬਿਦ ਜਬ ਹੋ। ਜਦੋਂ ਇਸ ਤਰ੍ਹਾਂ ਮਨ ਵਿੱਚ ਦ੍ਰਿੜ ਹੋ ਜਾਵੇ, ਤਬ ਪੁੰਨ ਦੁਖ ਨ ਵਿਆਪੈ ਕੋ। ਫੇਰ ਮਹਾਰਾਜ ਕਹਿੰਦੇ ਭਾਈ ਕੋਈ ਦੁੱਖ ਨਹੀਂ ਵਿਆਪੇਗਾ। ਸਤ ਨਾਮ ਕੋ ਜਾਪ ਜਪੀਜੈ। ਪਰਮੇਸ਼ਰ ਦੇ ਸੱਚੇ ਨਾਮ ਦਾ ਜਾਪ ਜਪਣਾ ਹੈ। ਸਤਿਗੁਰ ਸਿਮਰ ਤਿਹਾਵਲ ਕੀਜੈ। ਇਉਂ ਸਤਿਗੁਰੂ ਨੂੰ ਸਿਮਰ ਕੇ ਤਿਹਾਵਲ ਕੜਾ ਪ੍ਰਸ਼ਾਦ ਕਰਨਾ ਹੈ। ਕਰ ਅਰਦਾਸ ਸਿੱਖਨ ਮੁਖ ਪਾਵਹੁ। ਤੇ ਅਰਦਾਸ ਕਰਕੇ ਗੁਰਸਿੱਖਾਂ ਦੇ ਵਿੱਚ ਵਰਤਾਉਣਾ, ਉਹਨਾਂ ਦੇ ਮੁਖ ਵਿੱਚ ਪਾਉਣਾ ਹੈ। ਤਬ ਦੁਬਦਾ ਔਰ ਸਕਲ ਨਸਾਵਹੁ। ਤਾਂ ਫਿਰ ਜਿਹੜੀ ਹਿਰਦੇ ਦੀ ਦੁਬਦਾ ਹੈ ਉਹ ਸਾਰੀ ਨਸਾਵ ਦੂਰ ਹੋ ਜਾਵੇਗੀ। ਮਿਰਦਲ ਬਚਨ ਇਸ ਵਿਦ ਸੁਣ ਕਰਕੇ। ਇਉਂ ਕੋਮਲ ਮਿੱਠੇ ਬਚਨ ਇਸ ਤਰ੍ਹਾਂ ਸੁਣ ਕਰਕੇ, ਭਏ ਸੇ ਨਰ ਸਿੱਖ ਸ਼ਰਧਾ ਧਰ ਕੇ। ਜਿੰਨੇ ਵੀ ਲੋਕ ਨੇ ਭਾਈ ਉਹ ਸਿੱਖ ਬਣ ਗਏ ਮਹਾਰਾਜ ਦੇ ਸ਼ਰਧਾ ਧਾਰਨ ਕਰਕੇ। ਕਿਤਕ ਦਿਵਸ ਗੁਰ ਹਿਤ ਸੋ ਰਾਖਿਓ। ਤੇ ਕੁਝ ਕੁ ਦਿਨ ਫਿਰ ਉਹਨਾਂ ਨੇ ਮਹਾਰਾਜ ਨੂੰ ਪ੍ਰੇਮ ਨਾਲ ਰੱਖਿਆ ਹੈ। ਅਗਰਜ ਗਮਨ ਬਹੁਰ ਅਬ ਲਾਖਿਓ। ਫਿਰ ਮਹਾਰਾਜ ਨੇ ਭਾਈ ਹੁਣ ਅੱਗੇ ਹੋਰ ਜਾਣਾ ਮਨ ਵਿੱਚ ਇੱਛਾ ਕੀਤੀ। ਸ੍ਰੀ ਸਤਿਗੁਰ ਕੇ ਚਰਤ ਅਪਾਰੀ। ਜੋ ਭਾਈ ਇਹ ਸੁਹਾਏਮਾਨ ਸ਼੍ਰੋਮਣੀ ਸ੍ਰੀ ਗੁਰੂ ਨਾਨਕ ਦੇਵ ਜੀ ਸਤਿਗੁਰੂ ਜੀ ਦੇ ਜਿਹੜੇ ਕੌਤਕ ਹਨ ਉਹ ਬੇਅੰਤ ਹਨ। ਸੰਤ ਰੇਣ ਗੁਰ ਪਗ ਬਲਹਾਰੀ। ਸੰਤ ਰੇਣ ਕਵੀ ਪ੍ਰੇਮ ਸਿੰਘ ਜੀ ਕਹਿਣ ਲੱਗੇ ਆ ਵੀ ਮੈਂ ਤਾਂ ਭਾਈ ਐਸੇ ਗੁਰੂ ਨਾਨਕ ਦੇ ਪਾਤਸ਼ਾਹ ਦੇ ਚਰਨਾਂ ਤੋਂ ਬਲਿਹਾਰ ਜਾਂਦਾ ਹਾਂ। ਇਤ ਸ੍ਰੀ ਗੁਰਪੁਰਬ ਪ੍ਰਕਾਸ਼ ਗ੍ਰੰਥੇ। ਇਹ ਜੋ ਸ੍ਰੀ ਗੁਰਪੁਰਬ ਪ੍ਰਕਾਸ਼ ਗ੍ਰੰਥ ਦਾ ਇੱਥੇ ਤੱਕ ਪ੍ਰਥਮ ਮਹੱਲੇ ਪਹਿਲੇ ਮਹੱਲੇ ਸਪਤ ਦੀਪਨ ਪ੍ਰਸੰਗ ਵਰਣਨ। ਇਹ ਸਪਤ 7 ਦੀਪਾਂ ਦਾ ਪ੍ਰਸੰਗ ਜਿਹੜਾ ਉਹ ਵਰਣਨ ਕਰ ਰਹੇ ਆ। ਨਾਮ 46 ਸਮੂਹ ਮੰਦਰ ਹੈ। ਇਹ ਭਾਈ 46ਵੇਂ ਘਰ ਦਾ ਪ੍ਰਸੰਗ ਹੈ। ਦੋਹਰਾ ਨਾਮ ਗੁਰੂ ਬੋਹਿਤ ਜਗਤ ਜੋ ਜਪ ਹੈ ਸੋ ਪਾਰ। ਮੰਗਲ ਕਰਦੇ ਨੇ 47ਵੇਂ ਘਰ ਦੇ ਪ੍ਰਸੰਗ ਤੋਂ ਪਹਿਲਾਂ ਕਿ ਜੋ ਭਾਈ ਗੁਰੂ ਪਾਤਸ਼ਾਹ ਜੀ ਦਾ ਨਾਮ ਹੈ ਇਹ ਜਗਤ ਰੂਪੀ ਸਮੁੰਦਰ ਵਿੱਚ ਬੋਹਿਤ ਬੇੜੇ ਨਾਮ ਜਹਾਜ਼ ਰੂਪ ਹੈ। ਤੇ ਜਿਹੜਾ ਕੋਈ ਜਪਦਾ ਹੈ ਉਹ ਪਾਰ ਹੋ ਜਾਂਦਾ ਹੈ। 2 ਲੱਖ ਜੋਜਨ ਦੀਪ ਥੋ ਉਲੰਘ ਗਏ ਤਤਕਾਲ। ਹੁਣ ਇਸ ਤਰ੍ਹਾਂ 2 ਲੱਖ ਜੋਜਨ ਦੀਪਾਂ ਦੇ ਵਿੱਚ ਦੀ ਮਹਾਰਾਜ ਤੁਰੰਤ ਲੰਘ ਗਏ। ਚੌਪਈ ਬਹੁਰੋ ਆਵਾ ਉਦਦ ਅਗਾਰੀ। ਹੁਣ ਅੱਗੇ ਗੁਰਮੁਖੋ ਉਦਦ ਸਮੁੰਦਰ ਆ ਗਿਆ ਹੈ। ਰਸ ਈਖੈ ਕੋ ਜੋ ਅਨਹਾਰੀ। ਜਿਹੜਾ ਭਾਈ ਇਉਂ ਹੈ ਮਿੱਠੇ ਰਸ ਦਾ ਸਮੁੰਦਰ ਹੈ। ਜਿਵੇਂ ਈਖ ਹੈ ਗੰਨੇ ਦਾ ਰਸ ਹੁੰਦਾ ਹੈ, ਜੋ ਅਨਹਾਰੀ ਉਸਦੇ ਨਾਮ ਵਰਗਾ ਹੈ। 2 ਲੱਖ ਜੋਜਨ ਕੇਰ ਪ੍ਰਮਾਨਾ। 2 ਲੱਖ ਜੋਜਨ ਦਾ ਜੋ ਪ੍ਰਮਾਣ ਹੈ
ਤਹਿ ਪਰ ਕੀਨ ਪ੍ਰਭੂ ਪ੍ਰਸਥਾਨਾ। ਉਸ ਉਪਰੰਤ ਫਿਰ ਮਹਾਰਾਜ ਨੇ ਪ੍ਰਸਥਾਨ ਕੀਤਾ, ਚੱਲਣਾ ਕੀਤਾ ਹੈ। ਪਾਰ ਸਿਲਮਲਾ ਦੀਪ ਸੁਹਾਵਾ। ਪਾਰ ਹੋ ਗਏ ਤੇ ਅੱਗੇ ਸਿਲਮਲਾ ਦੀਪ ਹੈ ਸੋਭਦਾ। ਸਿਮਲ ਬ੍ਰਿਖ ਨਾਮ ਤੇ ਪਾਵਾ। ਇਹ ਸਿਲਮਲਾ ਦੀਪ ਤਾਂ ਕਿ ਇੱਥੇ ਸਿਮਲ ਦੇ ਦਰਖਤ ਸਨ, ਉਹਨਾਂ ਕਰਕੇ ਦਾ ਨਾਂ ਪੈ ਗਿਆ। ਬੈਠੇ ਨਗਰ ਵਿਖੇ ਗੁਰ ਜਾਈ। ਗੁਰੂ ਸਾਹਿਬ ਨਗਰ ਵਿੱਚ ਜਾ ਬੈਠੇ। ਨਰ ਆਏ ਮਿਲ ਬਹੁਤੇ ਥਾਈ। ਉਸ ਜਗ੍ਹਾ ਬਹੁਤ ਲੋਕ ਵੀ ਆ ਕੇ ਇਕੱਠੇ ਹੋ ਗਏ। ਦੋਹਰਾ ਬੰਧਨ ਕਰ ਢਿਗ ਬੈਠਹੀ। ਪੁਨ ਨਿਜ ਜਾਹੇ ਆਵਾਸ। ਨਮਸਕਾਰ ਕਰਕੇ ਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਕੋਲ ਬਹਿ ਜਾਂਦੇ ਐ। ਫਿਰ ਭਾਈ ਬਾਅਦ ਵਿੱਚ ਆਪਣੇ ਘਰਾਂ ਨੂੰ ਜਾਂਦੇ ਹਨ। ਆਨ ਦੀਪ ਕੋ ਸੰਤ ਹੈ, ਸੁਧ ਹੋਈ ਨਿਰਪਤਾਸ। ਉਥੋਂ ਦੇ ਰਾਜੇ ਨੂੰ ਖਬਰ ਹੋਈ ਕਿ ਕੋਈ ਹੋਰ ਦੀਪ ਦਾ ਇੱਥੇ ਕੋਈ ਸੰਤ ਆਇਆ ਹੈ। ਚੌਪਈ ਉੱਤਮ ਬਹੁ ਉਪਾਇਨ ਲਿਆਇਓ। ਉਹ ਬਹੁਤ ਉੱਤਮ ਭੇਟਾ ਲਿਆਇਆ ਹੈ। ਆਏ ਗੁਰੂ ਪਗ ਸੀਸ ਨਿਵਾਇਓ। ਗੁਰੂ ਸਾਹਿਬ ਦੇ ਚਰਨਾਂ ਤੇ ਉਹਨੇ ਸੀਸ ਨਿਵਾਇਆ ਹੈ। ਬੈਠਿਓ ਪ੍ਰਭ ਤਿਨ ਭਾਖ ਬਖਾਨਾ। ਬੈਠ ਗਿਆ ਪਰਮੇਸ਼ਰ ਸਤਿਗੁਰੂ ਬਚਨ ਕਰਦੇ। ਲੈ ਜਾਵੋ ਇਹ ਭੇਟ ਰਜਾਨਾ। ਹੇ ਰਾਜਨ, ਇਹ ਆਪਣੀ ਭੇਟਾ ਭਾਈ ਤੂੰ ਲੈ ਜਾ। ਕਛ ਨ ਹਮਾਰੇ ਆਵਹਿ ਕਾਜੂ। ਕਿਉਂਕਿ ਇਹ ਸਾਡੇ ਕਿਸੇ ਕੰਮ ਨਹੀਂ ਆਉਣਾ ਹੈ। ਨਾਮ ਨ ਜਪੋ ਜਨਮ ਕੋ ਲਾਜੂ। ਤੁਸੀਂ ਪਰਮੇਸ਼ਰ ਦਾ ਨਾਮ ਜਪਦੇ ਨਹੀਂ, ਇਸ ਕਰਕੇ ਤੁਹਾਡੇ ਜਨਮ ਨੂੰ ਵੀ ਲਾਜ ਹੈ। ਹਾਥ ਜੋੜ ਕੇ ਭੂਪ ਉਚਾਰੈ। ਤਾਂ ਰਾਜੇ ਨੇ ਹੱਥ ਜੋੜ ਕੇ ਬੇਨਤੀ ਕੀਤੀ। ਨਿਜ ਉਪਦੇਸ਼ ਦੇਹੋ ਹਮ ਧਾਰੈ। ਕਹਿੰਦਾ ਮਹਾਰਾਜ ਆਪਣਾ ਉਪਦੇਸ਼ ਦਿਓ, ਅਸੀਂ ਉਹ ਧਾਰਨ ਕਰਾਂਗੇ, ਮੰਨਾਂਗੇ। ਤੁਮ ਹੋ ਸੰਤ ਪਰਮੇਸ਼ਰ ਰੂਪਾ। ਕਿਉਂਕਿ ਅਸੀਂ ਜਾਣ ਲਿਆ ਕਿ ਤੁਸੀਂ ਪਰਮੇਸ਼ਰ ਰੂਪ ਸੰਤ ਹੋ। ਸਭ ਤੇ ਮਹਿਮਾ ਅਧਿਕ ਅਨੂਪਾ। ਤੁਹਾਡੀ ਮਹਿਮਾ ਸਾਰਿਆਂ ਨਾਲੋਂ ਬੇਅੰਤ ਬਹੁਤੀ ਅਨੂਪਮ ਹੈ। ਕੀਨ ਬਿਨੈ ਬਹੁ ਕਹਿ ਵਡਿਆਈ। ਉਹਨੇ ਬੜੀਆਂ ਵਡਿਆਈਆਂ ਕਹਿ ਕੇ ਬੇਨਤੀ ਕੀਤੀ। ਤਬ ਸ੍ਰੀ ਨਾਨਕ ਗਿਰਾ ਅਲਾਈ। ਤਦ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਫਿਰ ਬਚਨ ਕਹੇ। ਦੋਹਰਾ ਸਤਨਾਮ ਕੋ ਜਾਪ ਮੁਖ ਕਰਹੁ ਸਦਾ ਉਚਾਰ। ਮਹਾਰਾਜ ਕਹਿੰਦੇ ਭਾਈ ਪਰਮੇਸ਼ਰ ਦੇ ਸੱਚੇ ਨਾਮ ਦਾ ਮੁਖੋਂ ਹਮੇਸ਼ਾ ਜਾਪ ਕਰਨਾ ਹੈ, ਉਚਾਰਨਾ ਹੈ। ਪੰਚਾਮ੍ਰਿਤ ਗੁਰ ਕੋ ਕਰਹੁ ਇਤ ਉਤ ਨਿਤ ਸੁਖ ਸਾਰ। ਤੇ ਗੁਰੂ ਸਾਹਿਬ ਗੁਰੂ ਧਾਰਨ ਕਰੋ। ਮਹਾਰਾਜ ਕਹਿੰਦੇ ਸਿੱਖ ਬਣੋ ਸਾਡੇ ਤੇ ਧਰਮਸਾਲ ਬਣਾਓ। ਕੜਾਹ ਪ੍ਰਸ਼ਾਦ ਰੋਜ਼ ਤਿਆਰ ਕਰਨਾ ਹੈ। ਇਉਂ ਵਰਤਾਉਣਾ, ਅਰਦਾਸ ਕਰਨੀ, ਉਹੀ ਸਾਰੀ ਮਰਜ਼ਾਦਾ ਸਮਝਾਤੀ। ਇਹ ਤੋਂ ਨਿਤ ਸੁਖ, ਇੱਧਰ ਉੱਧਰ ਸਾਰੀ ਜਗ੍ਹਾ ਤੁਹਾਨੂੰ ਹਮੇਸ਼ਾ ਸੁੱਖ ਹੀ ਮਿਲਣਗੇ। ਚੌਪਈ ਮਾਨੇ ਸਤਿਗੁਰ ਕੇ ਬਚ ਜਬ ਹੀ। ਜਦੋਂ ਉਹਨਾਂ ਨੇ ਵੀ ਸਤਿਗੁਰਾਂ ਦੇ ਭਾਈ ਬਚਨ ਮੰਨ ਲਏ। ਪਾਹੁਲ ਪਗ ਕੀ ਦੀਨੀ ਤਬ ਹੀ। ਫੇਰ ਮਹਾਰਾਜ ਨੇ ਆਪਣੇ ਚਰਨਾਂ ਦੀ ਉਹਨਾਂ ਨੂੰ ਪਾਹੁਲ ਦਿੱਤੀ। ਸਿੱਖ ਭਏ ਬਹੁਤੇ ਨਰ ਆਏ। ਬਹੁਤ ਲੋਕ ਆ ਕੇ ਸਿੱਖ ਬਣ ਗਏ। ਹੁਣ ਜਿਹੜੇ ਕਹਿੰਦੇ ਨੇ ਕਿ ਵੀ ਅੰਮ੍ਰਿਤ ਤਾਂ ਕੱਲਾ 10ਵੇਂ ਪਾਤਸ਼ਾਹ ਨੇ ਛਕਾਇਆ ਹੈ, ਉਹ ਭਾਈ ਅੰਮ੍ਰਿਤ ਤਾਂ ਗੁਰੂ ਨਾਨਕ ਦੇ ਮਹਾਰਾਜ ਤੋਂ ਹੀ ਛਕਾਇਆ ਜਾਂਦਾ ਸੀ। ਗੁਰੂ ਧਾਰਿਆ ਹੀ ਅੰਮ੍ਰਿਤ ਛਕ ਕੇ ਜਾਂਦਾ ਹੈ। ਇਹ ਗੱਲ ਵੱਖਰੀ ਹੈ, ਗੁਰੂ ਦੀ ਮਰਜ਼ੀ ਹੈ। ਉਹ ਆਪਣੀ ਰੀਤੀ ਜਿਵੇਂ ਮਰਜ਼ੀ ਉਸ ਦੇ ਵਿੱਚ ਜਿਹੜਾ ਬਦਲਾਅ ਕਰਦਾ ਹੈ। ਜਿਵੇਂ 9 ਪਾਤਸ਼ਾਹੀਆਂ ਤੱਕ ਜਿਹੜਾ ਹੈ ਚਰਨ ਪਹੁਲ ਦੀ ਮਰਜ਼ਾਦਾ ਰਹੀ।
ਚਰਨਾਮ੍ਰਿਤ ਦੀ। ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਫਿਰ ਇਹ ਸੋਚ ਕੇ ਸਾਰਾ ਕੁਝ ਕਿ ਹੁਣ ਸ਼ਬਦ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੁਗੋ ਜੁਗ ਟਲ ਅੱਗੇ ਗੁਰੂ ਹੋਣਗੇ, ਤਾਂ 5 ਸਿੰਘਾਂ ਨੂੰ ਆਪਣਾ ਰੂਪ ਕਹਿ ਕਰਕੇ ਖਾਲਸੇ ਨੂੰ ਫੇਰ ਗੁਰਮੁਖੋ ਚਰਨ ਪੋਹਲ ਦੀ ਥਾਂ ਖੰਡੇ ਕੀ ਪੋਹਲ, ਪੀਵੋ ਪਾਹਲ ਖੰਡ ਧਾਰ ਹੋਏ ਜਨਮ ਸੁਹੇਲਾ। ਇਹ ਖੰਡੇ ਦੇ ਅੰਮ੍ਰਿਤ ਦਾ ਉਪਦੇਸ਼, ਇਹ ਬਖਸ਼ਿਸ਼ ਕੀਤਾ ਸਾਨੂੰ। ਤੇ ਗੁਰੂ ਧਾਰਨ ਦੀ ਮਰਿਆਦਾ ਉਵੇਂ ਹੀ ਰਹੀ ਹੈ ਕਿ ਅੰਮ੍ਰਿਤ ਛਕ ਕੇ ਹੀ ਗੁਰੂ ਧਾਰਿਆ ਜਾਂਦਾ ਹੈ। ਤੇ ਉਹ ਜਿਹੜੀ ਰੀਤੀ ਮਰਿਆਦਾ ਉਹ ਮਹਾਰਾਜ ਨੇ ਆਪਣੀ ਮਰਜ਼ੀ ਨਾਲ ਜਿਹੜਾ ਹੈ ਉਹਦੇ ਵਿੱਚ ਬਦਲ ਕੀਤਾ। ਉਸ ਸਮੇਂ ਦੇਖੋ ਚਰਨ ਪੋਹਲ ਲੈ ਕੇ ਬਹੁਤ ਸੰਤ ਰੇਣ ਜੀ ਕਹਿੰਦੇ ਭਾਈ ਸਿੱਖ ਬਣ ਗਏ ਲੋਕ। ਨਾਮਦਾਨ ਇਸ਼ਨਾਨ ਦ੍ਰਿੜਾਏ, ਮਹਾਰਾਜ ਨੇ ਨਾਮਦਾਨ ਇਸ਼ਨਾਨ ਦ੍ਰਿੜ ਕਰਵਾਇਆ। ਕੇਤਕ ਦਿਨ ਗੁਰ ਤਹਾਂ ਗੁਜ਼ਾਰੇ, ਕੁਝ ਕੁ ਦਿਨ ਸਤਿਗੁਰਾਂ ਨੇ ਉੱਥੇ ਗੁਜ਼ਾਰੇ। ਨਰਿਪ ਕੇ ਸਦਨ ਰਹੇ ਦੁੱਖ ਟਾਰੇ, ਦੁੱਖਾਂ ਨੂੰ ਟਾਲਣ ਵਾਲੇ ਮਹਾਰਾਜ ਰਾਜੇ ਦੇ ਘਰ ਕੁਝ ਦਿਨ ਰਹੇ। ਵਿਦਾ ਹੋਏ ਪ੍ਰਭ ਕੀਨ ਪਿਆਨਾ, ਫੇਰ ਇੱਥੋਂ ਵਿਦਾ ਹੋ ਕੇ ਅੱਗੇ ਮਹਾਰਾਜ ਨੇ ਚੱਲਣਾ ਕੀਤਾ ਹੈ। ਚਤਰ ਲੱਖ ਜੋਜਨ ਪਰਮਾਨਾ, 4 ਲੱਖ ਜੋਜਨ ਜੋ ਪ੍ਰਮਾਣਿਆ ਮੰਨਿਆ ਜਾਂਦਾ ਹੈ। ਦੋਹਰਾ ਸਿੰਧ ਬਾਰਨੀ ਕੋ ਜਹਾਂ ਦੀਪ ਸਰਸ ਬਿਸਤਾਰ, ਜਿਹੜਾ ਬਾਰਨੀ ਸਿੰਧ ਹੈ ਸਮੁੰਦਰ ਦਰਿਆ, ਉਸ ਨੂੰ ਉੱਥੇ ਜਿੱਥੇ ਭਾਈ ਸਰਸਦੀਪ ਬਹੁਤ ਵਿਸਥਾਰ ਹੈ। ਲੀਨ ਉਡਾਰੀ ਤਹਾਂ ਤੇ ਗਏ ਉਦਪ ਤੇ ਪਾਰ, ਇਉਂ ਉਡਾਰੀ ਹੀ ਮਾਰ ਕੇ ਜਾਣੋ ਸਤਿਗੁਰੂ ਜੀ ਉਸ ਸਮੁੰਦਰ ਤੋਂ ਪਾਰ ਹੋ ਗਏ। ਚੌਪਈ ਪਹੁੰਚੇ ਦੀਪ ਹੋਤੋ ਕੁਸ਼ੂ ਨਾਮਾ, ਹੁਣ ਮਹਾਰਾਜ ਕੁਸ਼ੂ ਨਾਮ ਦੇ ਦੀਪ ਵਿੱਚ ਪਹੁੰਚੇ ਹਨ। ਕੁਸ਼ਾ ਬੂਟ ਤਾਂ ਮੈਂ ਅਬਿਰਹਮ, ਉੱਥੇ ਕੁਸ਼ਾ ਇੱਕ ਦੱਬ ਘਾਹ ਹੁੰਦਾ, ਉਹ ਕੁਸ਼ਾ ਜਿਹੜਾ ਘਾਹ ਬੂਟੇ ਨੇ ਉਸ ਬਹੁਤ ਸੁੰਦਰ ਉਹਦੇ ਬੂਟੇ ਸਨ, ਇਸ ਕਰਕੇ ਉਹਨਾਂ ਨੂੰ ਕੁਸ਼ਾ ਦੀਪ ਪਿਆ। ਬੈਠੇ ਸ੍ਰੀ ਪ੍ਰਭ ਪੁਰ ਮਹਿ ਜਾਏ, ਇਹ ਜਾਣਨਾ ਵੀ ਪ੍ਰਾਤਨ ਜਿਹੜੀਆਂ ਲਿਖਤਾਂ ਨੇ ਨਾ ਉੱਥੇ ਇਉਂ ਹੈ ਕਿ ਜਿਵੇਂ ਹੁਣ ਆਪਾਂ ਜਾਣਦੇ ਹਾਂ ਕਿ 4 ਲੱਖ ਜੋਜਨ ਇੰਨੇ ਲੱਖ ਵੀ ਐਂ ਤਾਂ ਬਾਟ ਹੀ ਬਹੁਤ ਬਣ ਜੂ। ਇਹਦਾ ਭਾਵ ਸਮਝਣਾ, ਜਿਵੇਂ ਪੁਰਾਣੇ ਤੁਸੀਂ ਦੇਖੋ ਕੋ ਜੋਜਨ, ਇਹ ਲਿਖਤਾਂ ਵਿੱਚ ਜਿਵੇਂ ਅੱਜ ਕੱਲ ਆਪਾਂ ਕਿਲੋਮੀਟਰ ਮੀਲ ਇਹ ਸ਼ਬਦ ਜ਼ਿਆਦਾ ਵਰਤਦੇ ਆ, ਪ੍ਰਾਤਨ ਗ੍ਰੰਥਾਂ ਵਿੱਚ ਕੋ ਜੋਜਨ ਜ਼ਿਆਦਾ ਵਰਤੇ ਆ ਸ਼ਬਦ। ਤੇ ਜਿਵੇਂ ਸਮੁੰਦਰ ਵੀ ਆਉਂਦੇ ਨੇ, ਬਹੁਤੇ ਸਮੁੰਦਰਾਂ ਉਹਨਾਂ ਸਮਿਆਂ ਵਿੱਚ ਜਿਹੜੀਆਂ ਪੁਰਾਣੀਆਂ ਲਿਖਤਾਂ ਸੀ ਉਦੋਂ ਗੁਰਮੁਖੋ ਦਰਿਆਵਾਂ ਦੇ ਜਿਹੜੇ ਦਰਿਆ ਪਾਰ ਕਰਕੇ ਕੋਈ ਦਰਿਆ ਲੰਘ ਕੇ ਹੋਰ ਜਿਹੜੇ ਟਾਪੂ ਹੁੰਦੇ ਸਨ, ਇਹਨਾਂ ਨੂੰ ਵੱਡੇ ਸਮੁੰਦਰ ਹੀ ਲਿਖਿਆ ਹੈ ਕਿ ਸਿੰਧ ਪਾਰ ਕੀਤਾ ਅੱਗੇ ਟਾਪੂ 'ਚ ਪਹੁੰਚ ਗਏ। ਇਸ ਤਰ੍ਹਾਂ ਜਿਹੜਾ ਹੈ ਇਹ ਲਿਖਤਾਂ ਵਿੱਚ ਜਿਹੜੇ ਨਾਮ ਦਾ ਵੀ ਫਰਕ ਹੈ, ਹੋਰ ਕੋਈ ਨਹੀਂ। ਕਈ ਵਾਰ ਬੰਦਾ ਸੋਚਦਾ ਐਡੇ ਐਡੇ ਕਿੱਥੇ ਕੁ ਸਮੁੰਦਰ ਵੀ, ਲੱਖ ਜੋਜਨ, 4 ਲੱਖ 2 ਲੱਖ। ਇਹ ਭਾਵ ਹੈ ਕਿ ਉਦੋਂ ਜਾਂ ਤਾਂ ਦੇਖੋ ਗਿਣਤੀ ਕੋਹਾਂ 'ਚ ਹੈ ਜਾਂ ਯੋਜਨਾ 'ਚ ਹੈ। ਹੌਲੀ ਹੌਲੀ ਪਰ ਇਹਦੇ ਵਿੱਚ ਤਬਦੀਲੀਆਂ ਆ ਗਈਆਂ ਵੀ ਮੀਲ ਬਣ ਗਏ, ਕਿਲੋਮੀਟਰ ਬਣ ਗਏ, ਮੀਟਰ ਬਣ ਗਏ। ਇਹਨਾਂ ਦੀ ਗਿਣਤੀ ਜਿਹੜੀ ਹੈ ਉਹ ਤੈਅ ਕਰ ਲਈ ਕਿ ਇੰਨੇ ਮੀਟਰ ਦਾ ਇੰਨੇ ਕਿਲੋਮੀਟਰ ਹੈ। ਸਮੇਂ ਇਹਦਾ ਵਿੱਚ ਵੀ ਤਬਦੀਲੀਆਂ ਹੁੰਦੀਆਂ ਆਈਆਂ ਨੇ। ਪਹਿਲਾਂ ਮੀਲ ਹੀ ਹੁੰਦੇ ਸੀ, ਫਿਰ ਕਿਲੋਮੀਟਰ ਆ ਗਏ। ਤੋ ਇਹ ਇਸ ਤਰ੍ਹਾਂ ਭਾਵ ਇਹਦਾ ਸਮਝਣਾ ਹੈ। ਬੈਠੇ ਸ੍ਰੀ ਪ੍ਰਭ ਪੁਰ ਮਹਿ ਜਾਏ, ਸਤਿਗੁਰੂ ਨਗਰ ਵਿੱਚ ਜਾ ਬੈਠੇ ਹਨ। ਨਰ ਸਮੀਪ ਆਏ ਸਮੁਦਾਏ, ਬਹੁਤ ਲੋਕ ਮਹਾਰਾਜ ਦੇ ਕੋਲ ਆ ਗਏ। ਕਲਾਵਾਨ ਸਮਰੱਥ ਮੁਕੰਦਾ, ਮੁਕਤੀ ਦਾਤੇ ਸ਼ਕਤੀ ਵਾਲੇ ਸਮਰੱਥ ਦਾਤੇ। ਸੰਤ ਕਹੀ ਕੋ ਦੋਖ ਨਿਕੰਦਾ, ਇਹ ਜਾਣ ਕਰਕੇ ਕਿ ਇਹ ਜਿਹੜੇ ਸੰਤ ਨੇ ਤਾਂ ਦੁੱਖਾਂ ਦਾ ਨਾਸ਼ ਕਰਨ ਵਾਲੇ, ਦੁੱਖਾਂ ਨੂੰ ਕੱਟਣ ਵਾਲੇ। ਐਸੇ ਜਾਨ ਸੁਨਹਿ ਉਪਦੇਸ਼ੂ, ਇਸ ਤਰ੍ਹਾਂ ਜਾਣ ਕੇ ਮਹਾਰਾਜ ਦਾ ਉਪਦੇਸ਼ ਸੁਣਦੇ ਆ।
ਕਰ ਦਰਸ਼ਨ ਭੀ ਭਗਤ ਪ੍ਰਵੇਸ਼ੂ। ਤੇ ਮਹਾਰਾਜ ਦੇ ਦਰਸ਼ਨ ਕਰਦੇ ਭਗਤੀ ਚ ਪ੍ਰਵੇਸ਼ ਕਰ ਰਹੇ। ਪ੍ਰਭ ਤਿਨ ਕੀ ਭਾਖਾ ਮਹਿ ਅਲਾਵੈ। ਗੁਰੂ ਮਹਾਰਾਜ ਦੇਖੋ ਉਹਨਾਂ ਦੀ ਭਾਸ਼ਾ ਵਿੱਚ ਹੀ ਬਚਨ ਕਰਦੇ। ਜਪੋ ਨਾਮ ਤਬ ਗਤ ਹੋਏ ਜਾਵੇ। ਕਿ ਭਾਈ ਨਾਮ ਜਪੋ ਪਰਮੇਸ਼ਰ ਦਾ, ਫਿਰ ਮੁਕਤੀ ਹੋ ਜਾਵੇ, ਕਲਿਆਣਤਾ ਹੋਵੇਗੀ। ਸੰਤਨ ਸੇਵਾ ਉਰ ਮਹਿ ਧਾਰੂ। ਸੰਤ ਪੁਰਸ਼ਾਂ ਗੁਰਮੁਖਾਂ ਦੀ ਸੇਵਾ ਹਿਰਦੇ ਵਿੱਚ ਧਾਰਨ ਕਰੋ। ਭੋਗ ਲਾਲਸਾ ਹਿਰਦੈ ਵਿਸਾਰੂ। ਪਦਾਰਥਾਂ ਦੇ ਭੋਗ, ਇੱਛਾਵਾਂ, ਲਾਲਸਾਵਾਂ ਜਿਹੜੀਆਂ ਹਿਰਦੇ ਵਿੱਚੋਂ ਦੂਰ ਕਰ ਦਿਓ। ਪੂਰਨ ਪੁੰਨ ਬਾਦ ਨਹਿ ਖੋਵਹੁ। ਇਉਂ ਭਾਈ ਜਿਹੜੇ ਹੈ ਪੂਰੇ ਪੁੰਨ ਤੇ ਆਦਿਕ, ਇਹਨਾਂ ਨੂੰ ਐਵੇਂ ਬੇਅਰਥ ਨਾ ਗਵਾਵੋ। ਪਰਮ ਪਦ ਹੈ ਅਧਿਕਾਰੀ ਹੋਵਹੁ। ਇਉਂ ਵਾਹਿਗੁਰੂ ਦਾ ਨਾਮ ਜਪ ਕੇ ਪਰਮ ਪਦ ਦੇ ਅਧਿਕਾਰੀ ਬਣੋ। ਸੁਧ ਆਤਮੈ ਨਾਮ ਜਪੀਜੈ। ਸ਼ੁੱਧ ਮਨ ਹੋ ਕਰਕੇ ਪਰਮੇਸ਼ਰ ਦਾ ਨਾਮ ਜਪੋ, ਜਾਂ ਨਾਮ ਜਪਣ ਮਨ ਦੀ ਸ਼ੁੱਧਤਾ ਪ੍ਰਾਪਤ ਕਰੋ। ਮਨ ਵਿਕਾਰ ਸਭ ਨਾਸ ਕਰੀਜੈ। ਮਨ ਦੇ ਜਿੰਨੇ ਵਿਕਾਰ ਹਨ ਉਹ ਸਾਰੇ ਨਾਸ਼ ਕਰ ਲਵੋ। ਦੋਹਰਾ ਸੁਨ ਗੁਰ ਤੇ ਸਿਮਰਨ ਲੱਗੇ। ਸੁਧ ਆਤਮੈ ਨਾਮ। ਗੁਰੂ ਪਾਤਸ਼ਾਹ ਮਹਾਰਾਜ ਤੋਂ ਉਪਦੇਸ਼ ਸੁਣ ਕੇ ਉਹ ਵੀ ਲੋਕ ਵਾਹਿਗੁਰੂ ਜੀ ਦੇ ਸਿਮਰਨ ਵਿੱਚ ਲੱਗ ਗਏ ਔਰ ਸੁਧ ਆਤਮ ਹੋ ਕਰਕੇ ਨਾਮ ਜਪਦੇ ਹਨ। ਦਰਸ਼ਨ ਕਰ ਨਿਰਮਲ ਭਏ ਭਿਗੇ ਭਗਤ ਅਬਿਰਾਮ। ਦਰਸ਼ਨ ਕਰਕੇ ਪਵਿੱਤਰ ਹੋ ਗਏ ਔਰ ਭਗਤੀ ਪ੍ਰੇਮ ਵਿੱਚ ਭਿੱਜ ਗਏ। ਚੌਪਈ ਸੇਵਕ ਭਏ ਬਹੁਤ ਨਰ ਆਏ। ਬਹੁਤ ਲੋਕ ਮਹਾਰਾਜ ਦੇ ਸੇਵਕ ਬਣੇ। ਪਾਹੁਲ ਪਗ ਲੈ ਵਹਿ ਸੁਖ ਪਾਏ। ਚਰਨ ਪਹੁਲ ਲੈ ਕੇ ਸੁਖ ਪਾਉਂਦੇ ਹਨ। ਨਾਮ ਜਪਾਏ ਭਗਤ ਪ੍ਰਗਟਈ। ਨਾਮ ਜਪਾ ਕੇ ਮਹਾਰਾਜ ਨੇ ਭਗਤੀ ਪ੍ਰਗਟ ਕੀਤੀ। ਚੱਲੇ ਤਹਾਂ ਤੇ ਲੀਨ ਵਿਦਾਈ। ਉਥੋਂ ਹੁਣ ਭਾਈ ਵਿਦਿਆ ਲੈ ਕੇ ਅੱਗੇ ਮਹਾਰਾਜ ਚੱਲ ਪਏ। ਅਸ਼ਟ ਲੱਖ ਜੋਜਨ ਪਰਮਾਨਾ। ਇਹ ਪਰਮਾਨਾ ਪ੍ਰਮਾਣਿਕ 8 ਲੱਖ ਜੋਜਨ ਉਲੰਘ ਗਏ ਸਭ ਮਾਇਆ ਨਿਧਾਨਾ। ਕਿਉਂ ਕੁਲ ਭਾਈ ਮਾਇਆ ਕਿਰਪਾ ਦੇ ਖਜ਼ਾਨੇ ਸਤਿਗੁਰੂ ਜੀ ਲੰਘ ਗਏ। ਆਵਾ ਸਾਗਰ ਘ੍ਰਿਤ ਅਗਾਰੇ। ਅੱਗੇ ਘਿਓ ਦਾ ਸਮੁੰਦਰ ਆਇਆ ਹੈ। ਦੀਪ ਸਮਾਨ ਤਾਹੇ ਵਿਸਤਾਰੇ। ਇਉਂ ਦੀਪ ਸਮਾਨ ਉਸ ਦਾ ਵਿਸਥਾਰ ਹੈ। ਤਿਹ ਪਰ ਗਮਨੇ ਦੀਨ ਦਿਆਲਾ। ਉਸ ਦੇ ਉੱਪਰ ਦੀਨ ਦਿਆਲ ਸਤਿਗੁਰੂ ਜੀ ਚੱਲੇ। ਸਗਰੋ ਉਲਗ ਗਏ ਤਤਕਾਲਾ। ਤੇ ਇਉਂ ਸਾਰਾ ਮਹਾਰਾਜ ਤੁਰੰਤ ਲੰਘ ਗਏ। ਜਾਵਤ ਨਗਰ ਬਿਲੋਕਿਓ ਏਕੂ। ਅੱਗੇ ਮਹਾਰਾਜ ਨੇ ਇੱਕ ਨਗਰ ਵੇਖਿਆ। ਤਿਹ ਮਹਿ ਬੈਠਿਓ ਜਲਦ ਬਿਬੇਕੂ। ਉਸ ਨਗਰ ਵਿੱਚ ਗਿਆਨ ਦੇ ਸਮੁੰਦਰ ਸਤਿਗੁਰੂ ਬਹਿ ਗਏ। ਦੋਹਰਾ ਕਰੋਚ ਨਾਮ ਤਿਹ ਦੀਪ ਕੋ ਨਰ ਸੁੰਦਰ ਸਮੁਦਾਇ। ਇਸ ਦੀਪ ਦਾ ਨਾਮ ਕਰੋਚ ਦੀਪ ਹੈ, ਜਿੱਥੋਂ ਦੇ ਸਾਰੇ ਲੋਕ ਬਹੁਤ ਸੁੰਦਰ ਸਨ। ਸੁਖ ਬਿਲਾਸ ਭੋਗੈ ਘਣੇ ਰਹਿ ਵਿਸੈ ਲਪਟਾਏ। ਇਹ ਭਾਈ ਬੜੇ ਸੁੱਖ ਆਨੰਦ ਭੋਗਦੇ ਸੀ ਤੇ ਵਿਸ਼ਿਆਂ ਵਿੱਚ ਹੀ ਲਪਟਾਏ ਰਹਿੰਦੇ ਸਨ। ਚੌਪਈ ਸ੍ਰੀ ਗੁਰ ਕੋ ਜਬ ਹੀ ਨਰ ਦੇਖਾ। ਜਦੋਂ ਗੁਰੂ ਸਾਹਿਬ ਜੀ ਨੂੰ ਲੋਕਾਂ ਨੇ ਵੇਖਿਆ, ਢਿਗ ਆਏ ਧਰ ਭਾਉ ਵਸੇਖਾ। ਬਹੁਤ ਭਾਵਨਾ ਧਾਰ ਕੇ ਮਹਾਰਾਜ ਦੇ ਕੋਲ ਆਏ। ਬੰਦਨ ਕਰ ਹੀ ਬੈਠ ਸਮੀਪਾ। ਬੰਦਨਾ ਕਰਕੇ ਫਿਰ ਮਹਾਰਾਜ ਦੇ ਕੋਲੇ ਬਹਿ ਗਏ। ਸੁਣ ਕੇ ਸੁਧ ਆਇਓ ਅਵਨੀਪਾ। ਤੋ ਮਹਾਰਾਜ ਦੇ ਆਉਣ ਦੀ ਖਬਰ ਸੁਣ ਕੇ ਰਾਜਾ ਵੀ ਆ ਗਿਆ ਹੈ। ਧਰ ਕੇ ਸ਼ਰਧਾ ਦਰਸ਼ਨ ਕਰਹੀ। ਉਹ ਵੀ ਭਾਈ ਸ਼ਰਧਾ ਧਾਰ ਕੇ ਦਰਸ਼ਨ ਕਰਦਾ ਹੈ।
ਅਤ ਮਹਿਮਾ ਕੇ ਬਚਨ ਉਚਰਹੀ। ਬਹੁਤ ਮਹਿਮਾ ਦੇ ਬਚਨ ਕਹਿੰਦਾ ਹੈ। ਦੇਨੇ ਹੇਤ ਸੁਮਤ ਤਿਨ ਤਾਈ, ਉਹਦੇ ਤਾਈ ਵੀ ਸੁਮਤ ਦੇਣ ਲਈ। ਤਿਨ ਭਾਖਾ ਮੈਂ ਕਹਿਓ ਗੁਸਾਈ, ਉਹਨਾਂ ਦੀ ਬੋਲੀ ਵਿੱਚ ਮਹਾਰਾਜ ਨੇ ਬਚਨ ਉਪਦੇਸ਼ ਕਹੇ। ਬਲੀ ਕਾਲ ਭਗਵਾਨ ਅਪਾਰਾ। ਭਾਈ ਬਲੀ ਜੋ ਹੈ ਇਸ ਸਮੇਂ ਵਿੱਚ ਸਾਰਿਆਂ ਨਾਲੋਂ ਬਲੀ ਜੋ ਅਕਾਲ ਪੁਰਖ ਪਰਮੇਸ਼ਰ ਬੇਅੰਤ ਬਲੀ ਹੈ। ਭਖਿਅਤ ਹੈ ਸਗਲੋ ਸੰਸਾਰਾ। ਕਹਿੰਦੇ ਦੇਖੋ ਸਾਰਾ ਸੰਸਾਰ ਜਿਹੜਾ ਹੈ ਉਹ ਸਭ ਨੂੰ ਨਾਸ਼ ਕਰ ਰਿਹਾ। ਸੁਰ ਬ੍ਰਹਮਾ ਆਦਿਕ ਹੈ ਜੇਤੇ, ਜਿੰਨੇ ਵੀ ਦੇਵਤੇ ਬ੍ਰਹਮਾ ਇਤਿਆਦਿਕ ਹਨ। ਪੰਨਗ ਮਾਨਵ ਦਾਨਵ ਕੀਤੇ, ਜਿੰਨੇ ਵੀ ਮਨੁੱਖ ਹੈ ਦੈਂਤ ਦੇਵਤੇ ਇਤਿਆਦਿਕ। ਔਸਮਰੱਥ ਸਰਬ ਵਿਦ ਜੋ, ਤੇ ਹੋਰ ਜਿੰਨੇ ਵੀ ਆਪਣੇ ਆਪ ਵਿੱਚ ਵੱਡੇ ਸਮਰੱਥ ਲੋਕ ਹਨ ਸ਼ਕਤੀਆਂ ਵਾਲੇ। ਸ੍ਰੀ ਕਾਲ ਤੇ ਛੁਟੈ ਨ ਕੋ, ਉਹ ਕਾਲ ਦੀ ਸ੍ਰੀ ਕੋਲੋਂ ਕੋਈ ਨਹੀਂ ਛੁੱਟ ਸਕਦਾ ਹੈ। ਜਿਉ ਦਾਣੇ ਕੋ ਚਾਬਤ ਚਾਕੀ, ਜਿਵੇਂ ਦਾਣਾ ਹੈ ਉਹਨੂੰ ਚੱਕੀ ਪੀ ਕੇ ਰੱਖ ਦਿੰਦੀ ਹੈ। ਤਿਉ ਨਾ ਬਚੈ ਕੋ ਅਗਾਰੀ ਬਾਕੀ। ਇਸੇ ਤਰ੍ਹਾਂ ਭਾਈ ਕਾਲ ਦੇ ਅੱਗੇ ਕੋਈ ਨਹੀਂ ਬਚਦਾ ਹੈ। ਭੈ ਕਰ ਸ਼ਰਨ ਗਹੋ ਤੁਮ ਤਾਂ ਕੀ, ਇੱਕੋ ਇੱਕ ਕਾਲ ਤੋਂ ਰਹਿਤ ਪਰਮੇਸ਼ਰ ਹੈ। ਉਹ ਭਾਈ ਭੈ ਧਾਰ ਕੇ ਉਸ ਪਰਮਾਤਮਾ ਦੀ ਸ਼ਰਨ ਪਕੜੋ। ਸਮਤਾ ਕਰ ਨਾ ਸਕੈ ਕੋ ਜਾਂ ਕੀ, ਦੇਖੋ ਜਿਸ ਪਰਮੇਸ਼ਰ ਦੀ ਕੋਈ ਬਰਾਬਰੀ ਨਹੀਂ ਕਰ ਸਕਦਾ ਹੈ। ਜਿਉ ਕੀਲੀ ਢਿਗ ਰਹਿ ਜੋ ਦਾਨੋ, ਇਹ ਵਾਹਿਗੁਰੂ ਨਾਲ ਜੁੜ ਜਾਓਗੇ। ਮਹਾਰਾਜ ਕਹਿੰਦੇ ਦੇਖੋ ਚੱਕੀ ਦੇ ਵਿੱਚ ਹੁਣ ਤਾਂ ਅੱਗੇ ਮਾਈਆਂ ਜਦੋਂ ਘਰੇ ਚੱਕੀ ਪੀਂਦੀਆਂ ਸੀ, ਕੀਲੀ ਹੁੰਦੀ ਜਿੱਥੋਂ ਦਾਣੇ ਪਾਉਂਦੀਆਂ ਸੀ, ਤੇ ਜਿਹੜੇ ਉਹ ਦਾਣੇ ਕੁਛ ਇਹੋ ਜਿਹੇ ਹੁੰਦੇ ਪੱਕੇ ਕੀਲੀ ਦੇ ਆਲੇ ਦੁਆਲੇ ਇਕੱਠੇ ਹੋ ਜਾਂਦੇ, ਲੱਗ ਜਾਂਦੇ ਸੀ, ਤੇ ਉਹ ਉੱਥੇ ਹੀ ਖੜੇ ਰਹਿੰਦੇ ਸਨ। ਬਾਕੀ ਜਿੰਨੇ ਪਾਈ ਜਾਣੇ ਚੱਕੀ 'ਚ ਪੀਸੇ ਜਾਂਦੇ ਸੀ। ਜਿਹੜੇ ਕਿੱਲੀ ਨਾਲ ਲੱਗ ਕੇ ਥੋੜੇ ਜਿਹੇ ਦਾਣੇ ਉਵੇਂ ਸਾਬ ਤੇ ਰਹਿ ਜਾਂਦੇ ਸਨ। ਮਹਾਰਾਜ ਕਹਿੰਦੇ ਜਿਵੇਂ ਕਿੱਲੀ ਦੇ ਨਾਲ ਲੱਗ ਕੇ ਜਿਹੜੇ ਦਾਣੇ ਹਨ, ਉਬਰੈ ਸੋ ਔਰ ਲੇਹੁ ਪਛਾਨੁ, ਉਹ ਬਚ ਜਾਂਦੇ ਨੇ। ਭਾਈ ਇਹ ਤੁਸੀਂ ਮਨ ਵਿੱਚ ਜਾਣ ਲਓ। ਤਿਉ ਤੁਮ ਨਾਮ ਜਪੋਗੇ ਜਬ ਹੀ, ਇਸ ਤਰ੍ਹਾਂ ਤੁਸੀਂ ਇੱਕ ਵਾਹਿਗੁਰੂ ਨਾਲ ਜਦੋਂ ਕਿੱਲੀ ਸਰੂਪ ਨਾਮ ਨਾਲ ਜੁੜ ਜਾਵੋਗੇ, ਜਪੋਗੇ ਪਰਮੇਸ਼ਰ ਦਾ ਨਾਮ। ਜਨਮ ਮਰਨ ਤੇ ਛੁੱਟ ਹੋ ਤਬ ਹੀ, ਫਿਰ ਤੁਸੀਂ ਜਨਮ ਮਰਨ ਤੋਂ ਛੁੱਟ ਜਾਵੋਗੇ। ਹੂਜੋ ਬਿਖੈ ਬਿਲਾਸ ਨਿਰਾਸੇ, ਇਹ ਜਿਹੜੇ ਵਿਸ਼ੇ ਵਿਕਾਰਾਂ ਦੇ ਬਿਲਾਸ ਖੁਸ਼ੀਆਂ ਨੇ ਇਹਦੇ ਵਿੱਚ ਨਿਰਾਸ਼ ਹੋ ਜੋ। ਜਪੋ ਨਾਮ ਸਤਿਗੁਰ ਭਰ ਵਾਸੇ, ਸਤਿਗੁਰੂ ਦਾ ਆਸਰਾ ਤੱਕ ਕੇ ਨਾਮ ਜਪੋ ਪਰਮੇਸ਼ਰ ਦਾ। ਇਸ ਪ੍ਰਕਾਰ ਤਿਨ ਦੇ ਉਪਦੇਸ਼ਾ, ਇਸ ਤਰ੍ਹਾਂ ਉਹਨਾਂ ਨੂੰ ਭਾਈ ਉਪਦੇਸ਼ ਦੇ ਕਰਕੇ। ਕੇਤਕ ਦਿਵਸ ਬਚੇ ਬਸੇ ਜਗਤੇਸ਼ਾ, ਕੁਝ ਕੁ ਦਿਨ ਜਗਤ ਈਸ਼ਵਰ ਜੀ ਉੱਥੇ ਬਸੇ ਹਨ, ਰਹੇ ਹਨ। ਭਾਵ ਮਹਾਰਾਜ ਨੇ ਉੱਥੇ ਆਪਣਾ ਕੁਝ ਸਮਾਂ ਰਹਿਣਾ ਕੀਤਾ। ਸਤ ਸੰਗਤ ਕੀ ਰੀਤ ਚਲਾਈ, ਤੇ ਸਤਸੰਗ ਕਰਨ ਦੀ ਜਿਹੜੀ ਰੀਤੀ ਹੈ, ਮਰਜ਼ਾਦਾ ਹੈ, ਉਹ ਮਹਾਰਾਜ ਨੇ ਚਲਾਈ। ਭਾਉ ਭਗਤ ਨੀਕੇ ਪ੍ਰਗਟਾਈ, ਤੇ ਚੰਗੀ ਤਰ੍ਹਾਂ ਪ੍ਰੇਮਾ ਭਗਤੀ ਗੁਰੂ ਸਾਹਿਬ ਜੀ ਨੇ ਪ੍ਰਗਟ ਕੀਤੀ, ਸਭ ਨੂੰ ਉਪਦੇਸ਼ ਦਿੱਤਾ। ਆਓ ਹੁਣ ਟਾਈਮ ਹੋ ਗਿਆ ਹੈ ਸਮਾਪਤੀ ਦਾ। ਬਾਕੀ ਆਪਾਂ ਕੱਲ ਅੱਗੇ ਭਾਈ ਕਥਾ ਸਰਵਣ ਕਰਾਂਗੇ। ਭੁੱਲ ਚੁੱਕ ਦੀ ਖਿਮਾ। ਸਰਬੱਤ ਮਾਈ ਭਾਈ ਉਚਾਰਨ ਕਰੋ ਜੀ। ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਤਰੇ ਪਾਰ। ਜੋ ਸਰਧਾ ਕਰ ਸੇਵ ਦੇ, ਗੁਰ ਪਾਰੇ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।